ਤੇ ਵੀ ਦੱਸ ਦਿਓ, ਜੇ ਕੋਈ ਐਂਟਰੀ ਫੀਸ ਚਾਹੀਦੀ ਹੋਈ ਤਾਂ ਵੀ ਦੱਸ ਦਿਓ ਜੇ, ਤੇ ਜੇ ਫ੍ਰੀ ਆਫ ਕਾਸਟ ਦੱਸਣਾ ਹੋਇਆ ਇਹ ਦੱਸ ਦਿਓ ਜੀ। ਬਈ ਮਿਰਜ਼ਾ ਸਾਹਿਬ ਨੇ ਆਪਣੇ ਵਾਸਤੇ ਅੰਗਰੇਜ਼ ਦਾ ਖੁਦ ਕਾਸ਼ਤਾ ਪੌਦਾ ਦੀ ਟਰਮੀਨੋਲੋਜੀ ਇਸਤੇਮਾਲ ਕੀਤੀ ਹੈ ਜਾਂ ਨਹੀਂ ਕੀਤੀ? क्या उन्होंने किरे आपकी तहरीर ये लफज इस्तेमाल किया? खासा दी गल आमा अगे नहीं मुनासिब करनी, मिठी खीर पका मोहम्मद कुत्ते आगे तरनी। मतलब गल है वे, मैं बार बार ये कह चुका हूँ कि जितना एक इब्तदाई मुफ्त जो है तारुफ वो हो सकता है, इसके बाद अगर आपको मजीद तकाबली जायजा लेना है तो इस्लाम अहमदियत के मुकाबल पर कोई भी मजहब का हो, चाहे यहूदी हो, ईसाई हो, हिंदू हो, सिख हो या किसी भी मजहब से आपका तल्लक है, आइए हम बराबरी की सतह पर मुकालमा करते हैं, तकाबली जायजा लेते हैं। लेकिन ये बहुत हो चुका कि अंधेरे में बैठकर तीर चलाए जाए और कलमा को अहमदी मुसलमान या इस्लाम अहमदियत को कटहरे में खड़ा करके तो जो इत्तेहाद है उनके मुखालफिन का वो तीर अंदाजी करता रहे। मैं अब इससे बेजार हो चुका हूँ। ठीक है, अगर तुम नाम ही देना चाहो सैनी साहब, तुम सुनिया नवा मजमूआ इश्तिहारात मंगवाया? जी बिल्कुल मंगवाया जी। ਉਹਦੀ ਦੂਜੀ ਜਿਲਦ ਹੈ ਤੁਹਾਡੇ ਕੋਲ? ਸਾਰੀਆਂ ਜਿਲਦਾਂ ਨੇ, ਪਰ ਮੈਂ ਜਿਲਦਾਂ ਦੇ ਕੋਲ ਨਹੀਂ ਆ। ਮੈਂ ਮੈਂ ਬਾਹਰ ਆਏ ਆ। ਮੈਂ ਕਿਹਾ ਵੀ ਉਹ ਲਫ਼ਜ਼ ਜਿਹੜਾ ਉਹਨਾਂ ਨੇ ਇਸਤੇਮਾਲ ਆਪਣੇ ਵਾਸਤੇ ਕੀਤਾ ਹੈ ਜੀ ਜੀ, ਉਹਦੇ ਬਾਰੇ ਅੱਜ ਇੱਕ ਵੀਡੀਓ ਮੈਂ ਸੁਣੀ ਹੈ। ਜੀ ਜੀ, मिर्जा ताहिर साहब कह रहे सी कि जेडे साडे मुखालफ ने मुआनद अहमदियत वो साडे ते इल्जाम लाते ने कि असी अंग्रेज दे जमाते अहमदी अंग्रेज दा खुद काश्ता पौधा ये झूठ बोलते ने। लानत अल्लाह अलल काज़िबीन। ये गल मैं जानना चाहता सी। मिर्जा ताहिर साहब ने 3 जून 1988 ਨੂੰ फरमाई है ਇਹੋ ਗੱਲ। ਹਾਂਜੀ, ਇਹਦੇ ਨਾਲ ਇੱਕ ਲਿਸਟ ਹੈ ਪੂਰੀ। ਹਾਂਜੀ, ਹੋਰ ਵੀ ਹੈ ਉਹਦੇ ਨਾਲ ਬੰਦੇ ਸਾਹਮਣੇ ਬੈਠੇ ਨੇ ਜੀ ਜੀ, ਉਹਨਾਂ ਨੂੰ ਮੁਖਾਤਬ ਕਰਕੇ ਕਹਿੰਦੇ ਨੇ ਵੀ ਮੈਂ ਇਹਦੇ ਤੇ ਲਾਨਤ ਪਾਣਾ ਤੇ ਤੁਸੀਂ ਵੀ ਪਾਓ। ਬਿਲਕੁਲ ਸਹੀ। ਤੇ ਕੁਝ ਗੱਲਾਂ ਐਸੀਆਂ ਨੇ ਮੁਖਾਲਫਾਂ ਦੇ ਇਲਜ਼ਾਮ ਨੇ, ਉਹਨਾਂ ਨੂੰ ਅਸੀਂ ਕਬੂਲ ਕਰਨੇ ਆ। ਹਾਂਜੀ, ਔਰ ਉਹਨਾਂ ਤੇ ਮੈਂ ਕਹਿੰਦਾ ਕਿ ਅਲਹਮਦੁਲਿਲਾ ਇਹ ਬਿਲਕੁਲ ਠੀਕ ਹੈ, ਅਸੀਂ ਇੰਜ ਹੀ ਮੰਨਦੇ ਆ। ਨਬੀ ਹੁੰਦਾ, ਮਸੀਹ ਮੌਦ ਹੁੰਦਾ, शायद भी क्या है। हाँ जी हाँ जी, उन्होंने अच्छा अच्छा ठीक है। तो बाद उन्होंने ना 2 कैटेगरीज पा के ना वो लंबी एक तफसील उस जमाने असलम कुरैशी का केस भी है वो कि उन्होंने मिर्जा साहब ने उन्होंने गिरफ्त करके अगवा ते कतल कर दिता है। तो उन्हें कहा भाई मैं ये लानत पाना, ये गल झूठ है वगैरह वगैरह। तो वो बाद उन्होंने 10 जून के फिर मुबाले का चैलेंज दिता है। हुसैनी भाई असलम कुरैशी साहब ਦੇ ਜਦੋਂ ਅਗਵਾ ਹੋਏ ਸੀ ਉਹਦੇ ਬਾਰੇ ਕੁਝ ਉਲਮਾ ਨੇ ਇਹ ਵੀ ਕਿਹਾ ਸੀ ਕਿ ਅਗਰ ਉਹ ਉਹਨਾਂ ਦੀ ਲਾਸ਼ ਜਿਹੜੀ ਹੈ ਕਸਰ ਖਿਲਾਫਤ ਤੋਂ ਨਾ ਨਿਕਲੇ ਤੇ ਮੈਨੂੰ ਚੌਕ ਦੇ ਵਿੱਚ ਗੋਲੀ ਮਾਰਤੀ ਜਾਏ। ਇਹ ਸੁਣਿਆ ਤੁਸੀਂ? ਬਿਲਕੁਲ, ਕਿਉਂ ਨਹੀਂ ਸੁਣਿਆ। ਅੱਛਾ, ਉਹ ਫਿਰ ਜਦੋਂ ਬਰਾਮਦ ਹੋਈ ਸੀ ਤੇ ਉਹ ਜਾਂ ਉਹਨਾਂ ਦੇ ਮੰਨਣ ਵਾਲੇ ਜਿਹੜੇ ਉਹਨਾਂ ਨੇ ਕੋਈ ਮਾਜ਼ਰਤ ਦਾ, ਸ਼ਰਮ ਦਾ ਕੋਈ ਇਜ਼ਹਾਰ ਕੀਤਾ ਸੀ ਕਿਤੇ? ਨਹੀਂ, ਉਹ ਕੀਤਾ ਹੈ ਨਾ, ਅਖਬਾਰਾਂ ਚ ਆਇਆ ਹੈ ਇਹ ਅਸਲਮ ਕੁਰੈਸ਼ੀ ਨਹੀਂ, ਇਹਨੂੰ ਹਿਪਨੋਟਾਈਜ਼ ਕਰ ਦਿੱਤਾ ਤੇ ਇਹਦੀ ਸ਼ਖਸੀਅਤ ਮਸਖ ਹੋ ਗਈ ਹੈ, ਇਹਦਾ ਫਲਾਹ ਹੋ ਗਿਆ। ਇਹ ਸਾਰੀਆਂ ਅਖਬਾਰਾਂ ਵਿੱਚ ਬੜੇ ਦਿਲਚਸਪ ਕਿਸਮ ਦੇ ਬਿਆਨਾਤ ਆਏ। ਜਿਸ ਵਕਤ ਚੀਮਾ ਸਾਹਿਬ ਜਿਹੜੇ IG DIG ਹੈ ਉਹਨਾਂ ਨੇ ਲਿਆ ਕੇ ਉਹਨਾਂ ਨੂੰ PTV ਤੇ ਪੇਸ਼ ਕੀਤਾ ਹੈ, ਉਹ ਵੀ ਬੜਾ ਉਹ ਵੀ ਮੈਨੂੰ ਯਾਦ ਹੈ, ਮੈਂ ਦੇਖਿਆ। ਅੱਛਾ, ਨਹੀਂ ਮੈਂ ਕਿਹਾ ਉਹ ਜਿਹੜੀ ਗੱਲ ਮੈਂ ਪੁੱਛਣਾ ਚਾਹੁੰਦਾ ਵੀ ਉਹ ਲਫ਼ਜ਼ ਤੇ ਉਹਨਾਂ ਨੇ ਆਪਣੇ ਬਾਰੇ ਇਸਤੇਮਾਲ ਕੀਤਾ ਹੈ ਨਾ? ਜੀ ਜੀ, हाँ जी, हाँ बिल्कुल। अंग्रेज का खुद काश्ता पौधा, हाँ उन्होंने जेड़ा आख्या कि लानत अल्लाह अलल काज़िबीन, झूठ है ते जेड़ा झूठ बोले ओदे ते लानत है। जे यानी असि झूठे होई साडे ते लानत, जे तुसी झूठा इल्जाम लाओ तुहाडे ते लानत। हां, ये उत्ते जेड़ियां उन्हां लानतां पवाईयां ने या मोबाइल दी शक्ल कीती है ना। जी जी, इस तरह ही मां ओदी मेरे है तावील और तशरीह है कि एक तो वो कहते हैं कि खानदान के मुतलक किया, अपनी जात के मुतलक नहीं किया। ये गल कहते हैं भला आलम तारीर उतों एग्जैक्टली पढ़ी जाए तो की नतीजा ये है गल नहीं। वो खानदान के मुतलक की मतलब है कि खानदान जिहड़ा मिर्जा साहब दा है
ਜਿਹਦੇ ਚ ਮਿਰਜ਼ਾ ਸਾਹਿਬ ਦੇ ਵਾਲਿਦ ਸਾਹਿਬ ਵੀ ਸ਼ਾਮਿਲ ਹੈ, ਭਾਈ ਵੀ ਸ਼ਾਮਿਲ ਹੈ, ਜਿਨ੍ਹਾਂ ਦੀਆਂ ਖਿਦਮਾਤ ਹੀ ਅੰਗਰੇਜ਼ਾਂ ਵਾਸਤੇ। ਤੇ ਉਹ ਕਹਿੰਦੇ ਨੇ ਮੇਰੇ ਮੁਤਲਕ ਲੋਕ ਸ਼ਿਕਾਇਤਾਂ ਕਰਕੇ ਤੁਹਾਡੇ ਕੋਲ ਬਦਗੁਮਾਨੀਆਂ ਪੈਦਾ ਕਰਦੇ ਨੇ, ਤੇ ਇਹ ਖਾਨਦਾਨ ਜਿਹੜਾ ਹੈ ਉਹ ਤੁਹਾਡਾ ਖੁਦਕਾਸ਼ਤਾ, ਤੁਹਾਡੇ ਖੁਦਕਾਸ਼ਤਾ ਦਾ ਮਤਲਬ ਜ਼ਾਹਿਰੀ ਤੌਰ ਤੇ ਲਫ਼ਜ਼ ਤੇ ਉਹ ਬਣੇਗਾ, ਲੇਕਿਨ ਇੱਕ ਮੁਹਾਵਰਤਨ ਹੈ ਗੱਲ ਕਿ ਤੁਹਾਡੇ ਆਪਣੇ ਹੀ ਜਿਸ ਤਰ੍ਹਾਂ ਕੋਈ ਆਦਮੀ ਆਪਣਾ ਇੱਕ ਪੌਦਾ ਲਾਉਂਦਾ ਹੈ ਤੇ ਉਹਦਾ ਦੁਸ਼ਮਣ ਤੇ ਨਹੀਂ ਹੋਇਆ, ਅਸੀਂ ਤੁਹਾਡੇ ਖੈਰ ਖਾਂ ਇਹ ਮੁਰਾਦ ਹੈ ਉਹਦੇ ਤੋਂ, ਕਿ ਅਸੀਂ ਤੁਹਾਡੇ ਨਾਲ ਖੈਰ ਖਾਈ ਦਾ ਸਲੂਕ ਰੱਖਿਆ ਹੈ। ਉਹ ਯਾਦ ਕਰਾਈਆਂ ਨੇ ਉਹਨੂੰ ਇਹ ਗੱਲਾਂ। ਖੁਦਕਾਸ਼ਤਾ ਦਾ ਮਤਲਬ ਲਈਏ ਤਾਂ ਫਿਰ ਤੇ ਉਹ ਬੜਾ ਖਤਰਨਾਕ ਬਣ ਜਾਂਦਾ ਹੈ। ਉਹਦੇ ਤੋਂ ਮੁਰਾਦ ਤੇ ਹੋ ਜਾਂਦਾ ਹੈ ਕਿ ਸਾਰੀ ਜਮਾਤ ਬੇਸਿਕਲੀ अंग्रेजा ने खुद तैयार की और खुद लॉन्च की है वगैरह वगैरह। फिर एक गल बनेगी वो इश्तिहार है ना जड़ा जी जी ਉਹਦੇ ਚ 5 ਪੁਆਇੰਟ ਨੇ, ਮੈਂ ਅੱਜ ਉਹਨੂੰ ਖੋਲ ਕੇ ਵੇਖਿਆ। अच्छा ਤੇ ਉਹ ਚੀਜ਼ਾਂ ਜਿਹੜੀਆਂ ਨੇ ਉਹ ਸਾਰੀਆਂ ਜਮਾਤ ਦੇ ਬਾਰੇ ਨੇ। ਉਹਨਾਂ ਨੇ ਇਹਸਾਨਾਤ ਆਪਣੇ ਹੀ ਜਤਾਏ ਨੇ, ठीक है, ਆਪਣੇ ਵਾਲਦ ਦੇ, ਆਪਣੇ ਭਾਈ ਦੇ, ਕਿ ਗੁਲਾਮ ਕਾਦਰ ਮੇਰਾ ਭਾਈ, ਮੇਰਾ ਵਾਲਦ ਗੁਲਾਮ ਮੁਰਤਜ਼ਾ, ਉਹਨਾਂ ਨੇ ਇਹ ਕੰਮ ਕੀਤਾ, ਅਸੀਂ ਇਹ ਖਿਦਮਤ ਸਰ ਅੰਜਾਮ ਦਿੱਤੀਆਂ। ਲੇਕਿਨ ਮੈਂ ਹੁਣ ਇਸ ਨਵੇਂ ਫਿਰਕੇ ਦਾ ਪੇਸ਼ਵਾ ਵਾਂ ਤੇ ਇਹ ਜਿਹੜੀ ਜਮਾਤ ਮੈਂ ਤਿਆਰ ਕੀਤੀ ਹੈ, ਇਹ ਸਿੱਧੂ ਸਾਹਿਬ ਨੇ ਜ਼ਰਾ ਮਿਊਟ ਕਰਿਆ ਜੀ। ਹੁਣ ਜਿਹੜੀ ਮੈਂ ਇਹ ਜਮਾਤ ਜਾਂ ਫਿਰਕਾ ਤਿਆਰ ਕੀਤਾ ਨਵਾਂ, ਇਹ ਸਾਰੇ ਤੁਹਾਡੇ ਨਾਲ ਬਰਤਾਨਵੀ ਹਕੂਮਤ ਨਾਲ ਮੁਖਲਸ ਨੇ, ਹਮਦਰਦ ਨੇ, ਖੈਰ ਖਾਂ ਨੇ, ਤੇ ਤੁਹਾਡੇ ਤੋਂ ਇਹ ਤਵੱਕੋ ਹੈ ਕਿ ਤੁਸੀਂ ਇਹਨਾਂ ਨੂੰ ਇਹਤਿਆਤ ਨਾਲ ਡੀਲ ਕਰੋ। ਆਪਣੇ ਇਸ ਖੁਦਕਾਸ਼ਤਾ ਪੌਦੇ ਨਾਲ ਤੁਸੀਂ ਇਹਤਿਆਤ ਦੇ ਨਾਲ ਪੇਸ਼ ਆਓ, ਇਸ ਤਰ੍ਹਾਂ ਨਾ ਕਰੋ। ਉਹ ਮਿਰਜ਼ਾ ਸਾਹਿਬ ਨੇ ਜਿਹੜੀ ਗੱਲ ਕਹੀ ਉਹ ਆਪਣੇ ਫਿਰਕੇ ਦੇ ਬਾਰੇ, ਗਰੋਹ ਦੇ ਬਾਰੇ ਕਹੀ। ਮੇਰਾ ਖਿਆਲ ਹੈ ਇਹ ਹੈ ਜਿਸ ਤਰ੍ਹਾਂ ਹੁੰਦਾ ਨਾ ਕਵਾਰੀ ਦਾ ਜੀ, ਸ਼ੀਸ਼ਾ ਤੇ ਉਹ ਇੱਕ ਮੁਹਾਵਰੇ ਦੇ ਰੰਗ ਵਿੱਚ ਹੈ ਵੀ ਸ਼ੀਸ਼ਿਆਂ ਦੀ ਤਰ੍ਹਾਂ ਇਹਨੂੰ ਤੁਸੀਂ ਡੀਲ ਕਰਨਾ ਹੈ। ਇਸ ਤਰ੍ਹਾਂ ਹੀ ਜਿਹੜਾ ਜਿਹਦੇ ਨਾਲ ਤੁਸੀਂ ਮਾਮਲਾ ਕਰ ਰਹੇ ਹੋ ਇਹਨੂੰ ਸਮਝੋ ਕਿ ਤੁਹਾਡਾ ਆਪਣਾ ਹੀ ਹੈ, ਤੇ ਤੁਸੀਂ ਆਪਣੇ ਘਰ ਲਾਏ ਪੌਦੇ ਨੂੰ ਤਾਂ ਨਹੀਂ ਕੱਟ ਦਿਓਗੇ। ਇਸ ਮੁਹਾਵਰਾ ਤਾਂ ਨਹੀਂ ਗੱਲ ਨਹੀਂ, ਉਹ ਮੇਰਾ ਕੋਈ ਇਤਰਾਜ਼ ਨਹੀਂ। ਉਹਨਾਂ ਨੇ ਲਫ਼ਜ਼ ਜਿਸ ਸੈਂਸ ਵਿੱਚ ਵੀ ਇਸਤੇਮਾਲ ਕੀਤਾ ਹੈ, ਮੈਂ ਇਹ ਨਹੀਂ ਮੈਂ ਕਹਿੰਦਾ ਕਿ ਉਹਨਾਂ ਗਾਲ ਕੱਢੀ ਆਪਣੇ ਆਪ ਨੂੰ ਜਾਂ ਬੁਰਾ ਲਫ਼ਜ਼ ਕਿਹਾ। ਉਹਨਾਂ ਆਪਣੇ ਆਪ ਨੂੰ ਗਾਲ ਕੌਣ ਕੱਢਦਾ, ਆਪਣੇ ਆਪ ਵਾਸਤੇ ਅੱਛਾ ਹੀ ਲਫ਼ਜ਼ ਬਿਹਤਰ। ਮੈਂ ਸਿਰਫ ਇਹ ਕਹਿ ਰਿਹਾ ਕਿ ਜਿਹੜਾ ਮਿਰਜ਼ਾ ਤਾਹਿਰ ਸਾਹਿਬ ਨੇ ਇਹਦੇ ਉੱਤੇ ਮੁਬਾਇਲਾ ਕਰ ਦਿੱਤਾ, ਉਹ ਤੇ ਇਹੋ ਹੀ ਲਫ਼ਜ਼ ਉਹਨਾਂ ਨੇ ਇਸਤੇਮਾਲ ਕੀਤੇ। ਇਸਤੇਮਾਲ ਤੇ ਕੀਤਾ, ਹੋ ਸਕਦਾ ਉਹਦੇ ਅੱਗੇ ਪਿੱਛੇ ਕੋਈ ਛੋਟੀ ਮੋਟੀ ਵਜ਼ਾਹਤ ਹੋਵੇ। ਉਹਦੀ ਕੋਈ ਵਜ਼ਾਹਤ ਨਹੀਂ, ਸਾਰਾ ਮੈਂ ਪੜਿਆ। ਅੱਛਾ, ਉਹ ਮਿਰਜ਼ਾ ਸਾਹਿਬ ਨੇ ਮੈਂ ਦੱਸਿਆ ਕਿ ਬਈ ਉਹਨਾਂ ਨੂੰ ਇਹਸਾਨਾਤ ਆਪਣੇ ਤੇ ਆਪਣੇ ਖਾਨਦਾਨ ਦੇ, ਆਪਣੇ ਵਾਲਿਦ ਦੇ ਤਰਫੋਂ ਜਤਾਏ ਨੇ, ਲੇਕਿਨ ਇਸ ਫਿਰਕੇ ਨੂੰ, ਇਸ ਗਰੋਹ ਨੂੰ ਉਹਨਾਂ ਨੇ ਕਰਾਰ ਦਿੱਤਾ ਕਿ ਇਹ ਤੁਹਾਡਾ ਹੀ ਖੁਦਕਾਸ਼ਤਾ ਪੌਦਾ ਹੈ ਤੇ ਇਹਦੇ ਨਾਲ ਤੁਸੀਂ ਇਸ ਤਰ੍ਹਾਂ ਤਰੀਕੇ ਨਾਲ ਪੇਸ਼ ਆਓ। ਉਹਨਾਂ ਰੈਫਰ ਨੂੰ ਇਹਸਾਨਾਤ ਤੋਂ ਬਾਅਦ ਜੀ हजरत मसीह मौद अलैहिस्सलातु वस्सलाम तबलीग रिसालत ਜਿਹੜਾ ਨਾ ਉਹਦੇ ਚ ਫਰਮਾਉਂਦੇ ਨੇ ਇਹ क्यों ਉਹਨਾਂ ਦੀ वजाहत की ये है कि अराडी जो है खुदकाश्ता पौधा का लफ्ज अपने साको सबाक से अलग करके पेश करते हैं। इस इल्जाम का मुफस्सल जवाब बाद में आएगा, लेकिन हकीकत ये है, ये मेरे अल्फाज हैं कि उनके खिलाफ सुडानी मैदी और दूसरी मिसालें देकर ये तासुर भी देते रहे कि ये गोया हुकूमत के खिलाफ एक बगावत का अंदेशा है। मुझे मुतवातर इस बात की खबर मिली है कि बाज हासद बदअंदेश जो बवजह इख्तलाफ अकीदा या किसी और वजह से मुझसे बुग़्ज़ और अदावत रखते हैं, या जो मेरे दोस्तों की निस्बत खिलाफ वाक़या अमूर गवर्नमेंट के मुअज़्ज़ज़ हुकाम तक पहुंचाते हैं, इसलिए अंदेशा है कि उनकी हर रोज की मुफ्तरियाना कार्रवाइयों से गवर्नमेंट आलिया के दिल में बदगुमानी पैदा हो। इस बात का इलाज तो गैर मुमकिन है कि ऐसे लोगों का मुंह बंद किया जाए जो इख्तलाफ
मजहबी की वजह से या नफसानी हसद और बुग़्ज़ और किसी ज़ाती गरज के सबब से झूठी मुखबरी पर कमर बस्ता होते हैं। अलावा जी इस इश्तिहार के शुरू होते ही इश्तिहार की इशाअत की गरज से इन अल्फाज में तारीफ फरमाते हैं, बसा औकात ऐसे नए फिरका जमात अहमदिया के दुश्मन जो खुद गर्ज, जिनकी अदावत और मुखालफत हर एक नए फिरके के लिए जरूरी है, गवर्नमेंट में खिलाफे वाक़या खबरें पहुंचाते हैं और मुफ्तरियाना मुखबरियों से गवर्नमेंट को परेशानी में डालते हैं। बस चूंकि गवर्नमेंट आलमुल गैब नहीं है, इसलिए मुमकिन है कि गवर्नमेंट आलिया ऐसे मुखबरियों की कसरत की वजह से किसी कदर बदजन्नी पैदा हो करे या बदजन्नी के तरफ माइल हो। लिहाजा गवर्नमेंट आलिया की इतला के लिए चंद जरूरी अमूर ज़ेल में लिखता हूं। मतलब बात बिल्कुल वाज़ेह है कि है यूं भी ज़या और यूं भी ज़या। एक तरफ उन पर इल्जाम लगाया जाता है कि ये तो खूनी मेहदी का तस्वुर रखते हैं, ये तो खून खराबा करेंगे, जो मुसलमानों के यहाँ पर मेहदी के बारे में कत्लो गारत के अकायद पाए जाते हैं। और दूसरी तरफ ये इल्जाम लगाया जाता है कि ये तो अंग्रेजों के खुद काश्ता पौधे हैं, ये अंग्रेजों की खुशामद करते हैं, जबकि अंग्रेजों की मजहबी आज़ादी को जब सराहा जाता है तो ये ऐन एक मोमन का शेवा होना चाहिए और उसका इनकार करना कुफराने नेमत के मुतरादिफ है। दोस्तों याद रहे कि हजरत मसीह मऊद अलैहिस्सलाम मसीले मसीह नासरी है। हजरत ईसा अलैहिस्सलाम ने कभी किसी हुकूमत के खिलाफ कार्रवाई नहीं की। दोस्तों याद रहे कि हजरत मिर्जा गुलाम अहमद कादियानी अलैहिस्सलाम मसीले मसीह हैं। हजरत ईसा अलैहिस्सलाम का ये कहना कि जो सीजर की हक है उसको दो, जो अल्लाह का हक है मुझे दो, तो इस तरह की वजाहत के बावजूद उन पर हर दो तरफ से चौमुखी लड़ाई लड़ी जाती है, उनको मुख्तलिफ अदालतों में घसीटा जाता रहा है। तो आज भी यही होता है कि एक तरफ उन पर यह इल्जाम लगाया जाता है कि ये अंग्रेजों के हदायत याफ्ता उनसे मुफाद लेने के लिए उनके खुशामद करते हैं, और दूसरी तरफ हुकूमत को ये कान भरे जाते हैं कि ये खूनी मेहदी का तस्वर लेकर आए, ये हुकूमत के लिए खतरा है। ये मुआनदीन अहमदियत का यही शेवा रहा है कि हर चार तरफ से हजूमी जहनियत यानी मॉब मेंटालिटी को लेकर आगे बढ़ा जाए कि ये नहीं तो वो तरह, इस तरह भी नहीं तो उस तरह काबू आ जाएंगे। तो ऐ मुदारी तेरे सब शोभ दे हम देख चुके, अब तेरे पास दिखाने को रहा ही क्या है। ये इल्जामात नए हैं ना हम नए हैं, हम जानते हैं हज़रत अक़दस मसीह मऊद अलैहिस्सलाम ने जहां तारीफ करनी जरूरी थी वहां तारीफ की, जहां पर तनकीद करनी जरूरी थी उनके खुदा को मार दिया, उनके खुदा को मदफून कर दिया। इससे बढ़कर और क्या कन्फ्रंटेशन होती है। अल्हम्दुलिल्लाह, इस्लाम अहमदियत जिंदाबाद। अकल का यहाँ काम नहीं, वो लाखों भी बेफायदा है। आप ना तकल्लुफ करें, मकसूद मेरा पूरा हो, अगर मिल जाए दीवाने दो, ताकि फिर बाद में मुझ पर कोई मकसूद मेरा पूरा हो अगर मिल जाए मुझे दीवाने दो। सनी भाई अब मुआनदे अहमदियत में आप उनके अशार भी गलत पढ़ना शुरू हो गए हैं यार। कौन लोग से गलती हुई उन्हें ठीक करा दो, और चाहता हूं कि करूं चंद नसाए तुमको ताकि फिर बाद में मुझ पर कोई इल्जाम ना हो। ये तो ठीक है कि नहीं जी? पट रखो तुम इजाजत दे चुके हो ना पट रखन दी। वो तो फिर मैं इस गल तो हैरान होया कि इन्होंने जिन्ना जोर लाया या ਇਹਦੀ मतलब कोई ना तो तलब की गई है ना ਇਹਦੀ कोई वजाहत मंगी गई है। हाँ जो उन्होंने अपने बारे लफ्ज इस्तेमाल किया है वो बेहतर समझते हैं अपने वास्ते लफ्ज इस्तेमाल करना। असं कोई उन्होंने तकीद नहीं कर रहे, या असं गल सिर्फ यह कर रहे हैं कि जो मिर्जा ताहिर साहब ने कहा है कि लोग साडे ते इल्जाम लगाते हैं कि असी जमाते अहमदिया अंग्रेज का खुद काश्ता पौधा है, झूठ बोलते हैं। ਤੇ मैं कहना लानत अल्लाह हिलाल काज़िमीन, तो तुसी सारी दुनिया दे विचों जमात अहमदिया मेरे पीछे लग के आखो आमीन, लानत अल्लाह हिलाल काज़िमीन, तो पिछों आवाज़ां भी आउंदियां सन आमीन भैया लानत अल्लाह हिलाल काज़िमीन, यानी वो मुबाहला कर रहे सन। वो नहीं मनते गल कि अहमदियत जिहड़ी है
جماعت احمدیہ جڑی ہے وہ انگریز دا خود کھائی پودا ہے یہ کہندے نو حسینی بھائی جدو ہے امن نذیر صاحب فرماندے نے کہ اسی اے کہہ رہے ہیں تے تسی ہاں ہاں کہندے ہو تسی انہاں دے وچ شامل ہو انہاں دی رائے دے وچ کیڑی گل وچ اے جو اعتراض کر رہے ہیں وہ کہندے نے اسی اے کہہ رہے ہیں تسی ہاں ہاں ملا رہے ہو انہاں دے اسی دے وچ تسی بھی شامل ہو مینوں نہیں سمجھ آئی گل میں سمجھا دینا آمن نذیر صاحب اے فرما رہے ہیں کہ اسی اس چیز کا مطالبہ کر رہے ہیں اسی اے چیز کھول رہے ہیں تسی ہاں ہاں کر رہے ہو میں صرف اے جاننا چاہنا انہاں دی اسی دے وچ تسی بھی شامل ہو گل کیڑی ہے گل ہی نہیں سمجھ آئی کیڑی گل ہے جے گل صحیح ہے تو میں شامل ہاں جے نہیں صحیح تو نہیں شامل دسو بھی علامہ صاحب کیڑی گل کر رہے ہو جے تواڈے وہ شامل ہیں کہ نہیں سنو پودا ہے میں کہتا ہوں یہ جھوٹ ہے لعنت اللہ علی الکاذبین تمام دنیا کے کونے کونے سے ہر احمدی آواز بلند کرے یہ جھوٹ ہے لعنت اللہ علی الکاذبین لعنت اللہ علی الکاذبین انگریز کا خود کا جی اس میں تو کوئی شک نہیں انہوں نے کہا ہے جماعت احمدیہ اگر تو انگریز کا لگایا ہوا جس طرح آپ مفہوم لیتے ہیں وہ خود کاشتہ پودا ہے مذہبی حوالے سے تو ایسا الزام لگانے والوں کو کہہ دینے سے آپ جھوٹ بول رہے ہو لعنت اللہ علی الکاذبین اللہ تعالیٰ کا یہ جو جماعت احمدیہ ہے اللہ تعالیٰ کا نظام ہے اللہ تعالیٰ کا پیدا کرتا ہے اور رسول اکرم صلی اللہ علیہ وآلہ وسلم کے پیغام کو آگے چلا رہے ہیں اس کا ہرگز یہ مطلب نہیں ہے کہ یہ ہمارا جو ہے انگریز کی منشا پر ہم چل رہے ہیں ہم تو ان کے خدا کو بھی مار رہے ہیں ہم تو کہتے ہیں کہ غیرت کی جا ہے عیسیٰ زندہ ہو آسماں پر مدفون ہو زمین میں شاہ جہاں ہمارا ہم تو یہ کہتے ہیں مرزا صاحب کے الفاظ میں کہ یا ایھا الذین آمنوا لا تقولوا بعیسی ابن مریم حیا بل هو مات وادخل فی جنۃ لو کان الحی من الاحیاء لکان سیدنا و مولانا محمد صلی اللہ علیہ وسلم خلق الموت لیثبت لا حی الا هو ہم تو رکھتے ہیں مسلمانوں کا دین اس کو یہ کہنا کہ اسلام احمدیت انگریز کا لگایا ہوا پودا ہے ایسے دستور کو صبح بے نور کو میں نہیں مانتا میں نہیں جانتا ہاں ہم انگریزوں کا اس لحاظ سے شکر گزار ہیں کہ ان کے دور حکومت میں ہمیں اذانیں دینے کی اللہ تبارک تعالیٰ کا نام بلند کرنے کی آزادی تھی جو آج کے معاندین اسلام و احمدیت نہیں دے رہے اگر دونوں کا تقابلی جائزہ لیا جائے تو انگریز ان سے لاکھ گنا زیادہ اچھے ہیں جہاں تک ظاہری اور دنیاوی ممالک کی بات ہے تو مجھ کو کیا ملکوں سے میرا ملک ہے سب سے جدا مجھ کو کیا تاجوں سے میرا تاج ہے رضوان یار اس حوالے سے بات کی جائے مذہبی آزادی کی وجہ سے تو ہمیں جو آزادی انگریزوں کی دور حکومت میں حاصل تھی اب ان نام نہاد مسلمانوں کے دور میں ہمیں نہیں اچھا یہ نا اگر نیچے ہیں ایک جماعت احمدیہ کے بزرگ ہیں اگر وہ چاہیں اور حسینی صاحب ان کو لے لیں تو وہ کال ڈالیں ٹاک ماسٹر صاحب میں آ کے پھنس گیا ہوں کہ کیا میں نے کوئی لیک آف کمیونیکیشن ہے ہمارے درمیان میں کیا بات کر رہا ہوں اور طاہر صاحب اس بات پر کیوں مطلب غصہ ہونے والی بات کیا ہے میں نے جو بات کہی ہے کہ مرزا صاحب نے اپنے بارے میں یہ الفاظ استعمال کیے ہیں کیا میں نے غلطی کی ہے یہ بات کہہ کر آپ یہ کہیں نا امین نذیر صاحب کے حاشیہ آرائی کرنے والے پہ لعنت اس میں کس نے حاشیہ آرائی کی کس نے ہے نہیں ویسے کہیں کہ حاشیہ آرائی کرنے والے پہ میں نے لعنت صرف اتنی بات کہی ہے کہ جو مرزا طاہر صاحب کہہ رہے ہیں دنیا میں بھی اس کی زندگی میں جہنم ہی ہو اس کو بھائی آپ جو مرضی دعائیں بدعائیں دیتے رہو میرا اس سے کیا لینا دینا بھائی نہیں آپ اگری نہیں کرتے حاشیہ آرائی والے کے ساتھ ایسے ہونا چاہیے تو بھائی میں فی الحال تو بات جو کر رہا ہوں وہ صرف میں نے تو حاشیہ آرائی کا نام لیا میں نے تو آپ کا نام بھی نہیں لیا ہاں ٹھیک یہ میں کہہ رہا ہوں ٹاک ماسٹر صاحب اگر آپ تشریف لے آئے ہیں جو حاشیہ آرائی صاحب آپ ایک منٹ دے دیں میں ٹروتھ سیکر صاحب سے بات کر دوں پھر میں خاموش ہو جاؤں اگر آپ کی اجازت ہو جی کر لیں ٹروتھ سیکر بھائی بات السلام علیکم ٹاک ماسٹر صاحب کیا حال چال ہے بس ٹھیک ہے کریں جی آپ ٹروتھ سیکر صاحب بات یہ ہے کہ آپ خالی الذہن ہو کر حضرت اقدس مسیح موعود علیہ الصلوۃ والسلام نے جو فرمایا ہے اور جو ان پر الزام لگایا ہے اور جو حضرت خلیفہ رابع رحمہ اللہ نے فرمایا ہے ان تینوں چیزوں کو آپ سامنے رکھیں
साफ जाहिर है कि हजरत खलीफतुल मसीह राबे रहमहुल्लाह ने फरमाया कि अहमदियत, जमात अहमदिया एक तंजीम है, वो अंग्रेजों का खुद काश्ता पौधा है। ये किसने कहा है? उस पर जो रखता है उस पर लानत है। इसमें कतन कोई तजाद नहीं है। लानत काज़िबीन हम साफ साफ कहते हैं। हाँ, हजरत मिर्जा साहब मैंने हाशिया करने का नाम लिया तो खुद आमिर नज़ीर कहते मुझे गालियां ना दो, खुद ही मान गया कि ये लोग इस तरह का झूठी जो बातें बनाते हैं। अच्छा, ये इश्तिहार, आपकी बात खत्म होगी टोनी साहब, ये इश्तिहार है वो, इसको अगर बड़ी स्क्रीन पर हम करके देख सकेंगे। इस इश्तिहार में मिर्जा साहब ने ये अल्फाज लिखे हुए हैं जो अंग्रेज की खुद काश्ता पौधे के हैं। अब मुझे नहीं समझ, ताहिर साहब, दुश्मन की चाबक दस्तियां हो या हमारी तहरीरों की मुश्किलात हमें सामने नजर आ रही हो, एक बात तो तय है कि फूंकों से यह चिराग बुझाया ना जाएगा, चाहे वो असी हो चाहे वो तुसी हो। खरबूजे ते डिगे या खरबूजा छुरी थे अगे तुसी आपसे अड़े। अच्छा, ये है वो तहरीर जिसमें मिर्जा साहब ने जो अल्फाज कहे हैं, मैं आपको दूसरे मोबाइल से पढ़ के सुना देता हूँ क्योंकि मेरी भी नज़र इतनी नहीं है कि सीधा इस स्क्रीन पे पढ़ूँ। इसमें मिर्जा साहब ने लिखा हुआ है कि सिर्फ ये इल्तमास है, इस गवर्नमेंट से सिर्फ ये इल्तमास है कि सरकार दौलत मदार ऐसे खानदान की निस्बत जिसको 50 बरस के मतवातर तजुर्बे से एक वफादार जानिसार खानदान साबित कर चुकी है और जिसकी निस्बत गवर्नमेंट आलिया के मुअज़्ज़ज़ हुक्काम ने हमेशा मुस्तहकम राय से अपनी चिट्ठियों में ये गवाही दी है कि वो कदीम से सरकार अंग्रेजी के पक्के खैर खा और खिदमत गुजार हैं। इस खुद काश्ता पौधे की निस्बत नहायत हजम और एहतियात और तहकीक और तवज्जो से काम ले और अपने मातहत हुक्काम को इशारा फरमाए कि वो भी इस खानदान की साबित शुदा वफादारी और इखलास का लिहाज रखकर मुझे और मेरी जमात को एक खास अनायत और मेहरबानी की नज़र से देखें। ये है मिर्जा साहब की वो बात जिसको मैंने पेश किया कि इसमें अगर कोई बंदा ये कहे कि ये अंग्रेज का खुद काश्ता पौधा है तो ये झूठी तोहमत है, इल्ज़ाम है स्टार्ट मास्टर साहब, या वाक़तन मिर्जा साहब ने ये बात कही हुई है कि हम अंग्रेज का खुद काश्ता पौधा। हमसे क्या मुराद है? जमात तो नहीं ना मुराद। एक अगर इजाजत दे, ये देखे कैसा झूठ बोल रहे हैं। नहीं तो सीकर भाई मुझे जरा बात करने दे। जी आमिर नज़ीर साहब, यहाँ पर एक सियासी है जो उस वक्त की हुक्मरान है, उसके बारे में एक खानदान के एफिलिएशन की बात हो रही है, मिर्जा साहब के वालिदैन की, उनके बड़ों की, और ये बताया जा रहा है कि हम इस मुल्क, इस हुकूमत के खिलाफ कोई मार्का राई, कोई जंग जहाद, ये इस तरह का कोई मंसूबा नहीं रखते, कोई इरादा नहीं रखते, बल्कि हमको क्या मुल्कों से, मुझको क्या मुल्कों से, मेरा मुल्क है सबसे जुदा। इसमें कोई तजाद नहीं है कि हम बहसियत एक हुकूमत के हम उनको चैलेंज नहीं करते, हम सियासत से उस तरह हम मुलव्वस नहीं है। तो इसमें मेरा ख्याल आसान कर देता हूँ बात को, अगर इजाजत दें तो। मैं हैरान था कि आप अभी तक आए नहीं मुझे टोकने के लिए, बहरहाल आ गए हैं तो आप तशरीफ रखे, मैं चलता हूँ। नहीं, मुझे इजाजत दें, इतने के लफ्ज अगर बुरे लगे तो मैं यहाँ ही कमल कर देता हूँ। नहीं तो आप क्या, आप दिल भी दुखाओ तो अजियत नहीं होती। हाँ, है किसी बात पे हैरत नहीं होती। वाह जी वाह, वाह जी वाह। वैसे हुसैनी साहब तुसी बाज आ जाओ जी जी, ए ना करया करो, दिल ना दुखाया करो ते दिल ना तोड़या करो। ठीक है जी, मैं इस तरह करांगा जी। अज दा की नवा पंगा खलो गया। मैं एक गल सोचना, ये सारी गल पढ़ के मिर्जा साहब दे वालिद साहब, मिर्जा साहब दे बड़े भाई, मिर्जा साहब खुद और जमात, ये सारिया चीज़ां एक दूसरे नाल मिलियां ने। इन्हों बिल्कुल कट ऑफ करके बिल्कुल अलहदा कि इन्होंने आपस में कोई तलक ही नहीं, ये नहीं किया जा सकता, और इन्होंने जुड़े होना कोई बुराई भी नहीं है।
ਕੋਈ ਇਤਰਾਜ਼ ਵਾਲੀ ਗੱਲ ਜਾਂ ਕੋਈ ਸ਼ਰਮਿੰਦਗੀ ਵਾਲੀ ਗੱਲ ਨਹੀਂ ਹੈ ਕਿ ਮਿਰਜ਼ਾ ਸਾਹਿਬ ਦੇ ਵਾਲਦ ਸਾਹਿਬ ਕਿਉਂ ਹੈ, ਜਾਂ ਉਹਨਾਂ ਦੇ ਭਾਈ ਉਹਦਾ ਨਾਂ ਇਹ ਕਿਉਂ ਹੈ, ਜਾਂ ਜਿਹੜਾ ਕੰਮ ਕਰਦੇ ਜਾਂ ਉਹਨਾਂ ਨੇ ਅੰਗਰੇਜ਼ਾਂ ਦੀ ਮਦਦ ਕੀਤੀ ਤੇ ਉਹਦੇ 'ਚ ਬੁਰਾਈ ਕੀ ਹੈ, ਬੜਾ ਅੱਛਾ ਕੀਤਾ। ਔਰ ਅਗਰ ਉਹਨਾਂ ਯਾਦ ਕਰਾਇਆ ਤਾਂ ਕੀ ਹਰਜ ਹੈ, ਉਹ ਵੀ ਠੀਕ ਹੈ, ਬੜੀ ਅੱਛੀ ਗੱਲ ਹੈ। ਨਹੀਂ ਉਹ ਤੁਹਾਡੀ ਗੱਲ ਠੀਕ ਹੈ। ਜੈਸੇ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਦੇ ਨਾਲ 365 ਭੂਤ ਜੁੜੇ ਨੇ, ਮੱਕਾ ਜੁੜਿਆ ਹੈ, ਹਜ਼ਰਤ ਅਬੂ ਤਾਲਿਬ ਜੁੜੇ ਨੇ, ਅਬੂ ਜਾਹਲ ਔਰ ਅਬੂ ਲਾਹਬ ਵੀ ਜੁੜਿਆ ਹੈ, ਰਿਸ਼ਤੇਦਾਰ ਸਨ ਨਾ, ਕੁਰੈਸ਼ ਸਨ ਸਾਰੇ। ਹਾਂਜੀ ਇੰਜ ਹੀ ਹੈ। ਤੇ ਆਪਣੇ ਬੱਚਿਆਂ ਨੂੰ ਦੱਬ ਦਿੰਦੇ ਸਨ ਸਾਰੇ ਉਹ ਜ਼ਮੀਨ ਵਿੱਚ। ਹੁਣ ਇਹ ਹਕੀਕਤ ਸਾਰੇ ਨਹੀਂ ਹੈ ਦਬਦੇ, ਉਹ ਕੋਈ ਵਾਕਿਆ ਹੋਏਗਾ ਸਾਰੇ ਦਬਦੇ ਫਿਰ ਤੇ ਬੜਾ ਮਸਲਾ ਹੋ ਜਾਂਦਾ, ਨਸਲ ਕੁਛ ਹੋ ਜਾਂਦੀ, ਇੰਜ ਨਹੀਂ ਹੁੰਦਾ। ਪਰ ਠੀਕ ਹੈ, ਉਹ ਜੰਗਾਂ ਤੋਂ ਲੜਨਾ, ਆਪਣਾ ਘੋਸਲੇ ਤੋਂ ਲੜ ਪਏ। ਲੇਕਿਨ ਤੁਹਾਨੂੰ ਇਹ ਤਾਂ ਪਤਾ ਹੀ ਹੈ ਨਾ ਮੈਂ ਕੀ ਕਹਿਣਾ ਆਇਆ, ਤਾਂ ਉਹਨੂੰ ਬੜਾ ਅੱਛਾ ਤੁਸੀਂ ਟੋਕ ਕੇ ਦਰਮਿਆਨ ਵਿੱਚ ਉਹਨੂੰ ਵਾਅਦੇ ਕੀਤਾ ਖੁਦ, ਉਹ ਫਿਰ ਬਹੁਤ ਅੱਛਾ। ਫਿਰ ਹੁਣ ਤੁਹਾਡੀ ਗੱਲ ਹੀ ਸੁਣਨੀ ਆ ਮੈਂ ਤੇ ਆਪਣੀ। ਤੇ ਮੈਂ ਕਿਹਾ ਪਾਣੀ ਪੀਣ ਪਿਆਣ ਤੋਂ ਲੜਦੇ ਸਨ ਅਰਬ। ਠੀਕ ਹੈ, ਤੁਸੀਂ ਸਮਝਾਓ ਗੱਲ ਜੀ। ਤੇ ਇਹ ਸਾਰੇ ਹੀ ਮਸਲੇ ਸਨ ਤੇ ਸਾਰਾ ਕੁਝ ਜੁੜਿਆ ਹੀ ਹੁੰਦਾ ਨਾ ਜੀ, ਰਿਸ਼ਤੇਦਾਰੀਆਂ ਜੋ ਹੋਈਆਂ। ਤੇ ਐਸੇ ਹੀ ਮਿਰਜ਼ਾ ਸਾਹਿਬ ਨੇ ਜੁੜੇ ਨੇ, ਉਹਨਾਂ ਦੇ ਵਾਲਿਦ ਸਾਹਿਬ, ਉਹਨਾਂ ਦੇ ਭਰਾ ਮਾਮਦੀਨ ਪੈਨਸ਼ਨ ਖਾ ਗਿਆ, ਹਾਂਜੀ ਉੱਥੇ ਆਪਣਾ ਸਲਾਬ ਆ ਗਿਆ ਕਾਦੀਆਨ ਵਿੱਚ। ਗੱਲ ਤੇ ਸੁਣ ਲੈਂਦੇ ਹੁਸੈਨੀ ਸਾਹਿਬ ਨਹੀਂ, ਉਹ ਕੋਈ ਮੁਖਾਲਫ ਗੱਲ ਨਹੀਂ ਕਰ ਰਹੇ ਇਸ ਚੀਜ਼ ਦੇ ਬਾਰੇ। ਅੱਛਾ ਠੀਕ ਹੈ, ਲਓ ਜੀ ਸੁਣੋ, ਮੈਂ ਸੌਰੀ ਮੈਂ ਮੰਨਣਾ ਹੈ ਹੁਸੈਨੀ ਸਾਹਿਬ ਕਿ ਅਗਰ ਕੋਈ ਬੰਦਾ ਆਪਣੀ ਤਹਿਰੀਰਾਂ ਵਿੱਚ ਚੀਜ਼ ਲਿਖਦਾ ਹੈ ਤੇ ਦਾ ਮਤਲਬ ਨਹੀਂ ਇਹ ਨਹੀਂ ਹੁੰਦਾ ਕਿ ਉਹ ਖੁਦਕਸ਼ ਪੁੱਛਦਾ ਹੈ। ਉਹ ਜਾ ਕੇ ਦਫ਼ਤਰ ਵਿੱਚ ਦੋ ਬੰਦੇ ਲੈ ਜਾ ਕੇ ਮਿਰਜ਼ਾ ਸਾਹਿਬ ਉਹਨਾਂ ਨੂੰ ਖੁਫੀਆ ਵੀ ਕਹਿ ਸਕਦੇ ਸੀ ਬਈ ਸਾਡੇ ਹੱਥ ਔਲਾ ਰੱਖਿਓ। ਯਾਨੀ ਉਹਨਾਂ ਨੇ ਅगर अपनी तहरीरां ते लिखा तो उन्होंने नहीं पता सारी दुनिया पढ़ेगी और मेरा मजाक उड़ेगा। कोई ऐसी गल नहीं, कोई मजाक वाली गल नहीं है। खुद काश तहरीरां कोई बड़ी गल नहीं है, कोई नहीं होंदी। मैं ओदे तो अच्छा ही मतलब कढ रहा मैं समझा नहीं है। गो फिर हजूर ने क्या बमबादशाह साहब आ गए, उन्होंने ओ भाई हुसैनी साहब भी वही गल कर रहे हैं कि कोई ऐसी चीज नहीं, कहने का मतलब है नहीं होता कोई बंदा खुद का पोछता ही पौधा ही होता है। ਉਹ ਇੱਕ ਚੀਜ਼ ਹੋ ਸਕਦਾ ਸਖਤੀ ਹੋਈ ਹੋਵੇ ਉਹਨਾਂ ਤੇ, ਤਾਂ ਕਿਹਾ ਹੋਵੇ ਬਈ ਸਾਡੇ ਪਿਓ ਦਾਦਿਆਂ ਨੇ ਤੁਹਾਡੇ ਨਾਲ ਜਿਹੜੀ ਅੱਛਾ ਵਰਤਾਓ ਰੱਖਿਆ ਤੇ ਤੁਸੀਂ ਸਾਡੇ ਉੱਤੇ ਕਿਉਂ ਮਤਲਬ ਸਖਤੀ ਕਰ। ਮੈਂ ਉਹਨਾਂ ਦੀ ਔਲਾਦ ਹਾਂ ਤੇ ਮੈਂ ਸਿਲਸਿਲਾ ਸ਼ੁਰੂ ਕੀਤੀ ਹੈ, ਮੇਰੀ ਜਮਾਤ ਹੈ ਤੇ ਮੇਰਾ ਖਿਆਲ ਰੱਖੋ, ਮੇਰੇ ਨਾਲ ਸਖਤੀ ਨਾ ਕਰਿਓ। ਤੇ ਇਹ ਕਹਿਣੇ 'ਚ ਬੁਰਾਈ ਕੀ ਹੈ? ਬਿਲਕੁਲ ਕੋਈ ਬੁਰਾਈ ਨਹੀਂ ਕਹਿ ਸਕਦੇ ਨੇ। ਮੈਂ ਇਤਨੀ ਗੱਲ ਕਹਿਣਾ ਚਾਹੁੰਦਾ ਆ, ਅਗਰ ਉਹਨਾਂ ਨੇ ਇਹ ਕਿਹਾ ਹੋਵੇ ਕਿ ਮੇਰੇ ਨਾਲ ਐਸਾ ਸਲੂਕ ਕਰੋ ਜਿਹੜਾ ਖੁਦ ਕਾਸ਼ਤਾ ਪੌਦੇ ਨਾਲ ਕਰੀਦਾ, ਖੁਦ ਕਾਸ਼ਤਾ ਪੌਦੇ ਨਾਲ ਕੀ ਸਲੂਕ ਕਰੀਦਾ, ਉਹਨੂੰ ਇਨਸਾਨ ਨੇਕ ਨਜ਼ਰ ਨਾਲ ਦੇਖਦਾ ਹੈ, ਉਹਨੂੰ ਦੁਸ਼ਮਣ ਨਹੀਂ ਸਮਝਦਾ, ਉਹਦੀ ਗੋਡੀ ਕਰਦਾ, ਉਹਨੂੰ ਪਾਣੀ ਦਿੰਦਾ, ਉਹਨੂੰ ਆਪਣਾ ਸਮਝਦਾ। ਇੱਕ ਮੁਹਾਵਰੇ ਦੀ ਗੱਲ ਹੈ, ਬਸ ਇਤਨੀ ਗੱਲ ਹੈ। फिर उन्होंने मलका विक्टोरिया भी खत लेके मुसलमान होने, इस तो बड़ी कड़ा और सबूत है। अच्छी गल है, यानी उन्होंने मुसलमान इस्लाम की दावत दी उन्होंने। मैं बयाना भी तुसी इस लफज नाल लगदा कि हो गए हो, कोई एलर्जी जी हो गई या गुस्सा कर गए या चिपक गए ਉਹਦੇ ਨਾਲ। लफज ਤੇ ਮੁਰਾਦ ਹੀ ਨਹੀਂ ਇੱਥੇ ਹੈ। ਮੁਰਾਦ ਸਿਰਫ ਇੱਕ ਗੱਲ ਇਹ ਹੈ ਕਿ ਕਿਆ ਉਹਨਾਂ ਨੇ ਇਹ ਟਰਮੀਨੋਲੋਜੀ ਆਪਣੇ ਮਤੇ ਇਸਤੇਮਾਲ ਕੀਤੀ ਸੀ, ਤੇ ਜੇ ਕੀਤੀ ਸੀ ਤੇ ਮਿਰਜ਼ਾ ਤਾਹਿਰ ਸਾਹਿਬ ਨੇ ਕਿਸੇ ਗਲਤਫਹਿਮੀ ਦੀ ਬਿਨਾ ਤੇ ਕਹਿਤੀ ਹੈ, ਜਾਂ ਕਿਸ ਤਰ੍ਹਾਂ ਇਹਨਾਂ ਨੇ ਗੱਲ ਕਹਿ ਦਿੱਤੀ ਹੈ ਕਿ ਇਹ ਸਾਡੇ ਤੇ ਇਲਜ਼ਾਮ ਲਾਉਂਦੇ ਨੇ ਕਿ ਅਸੀਂ ਜਮਾਤੇ ਅਹਿਮਦੀਆ ਜਿਹੜੀ ਉਹ ਅੰਗਰੇਜ਼ ਦਾ ਖੁਦ ਕਾਸ਼ਤਾ ਪੌਦਾ ਹੈ। ਅਲਾਮਾ ਸਾਹਿਬ ਬੜੀ ਵਾਜ਼ਿਹ ਗੱਲ ਹੈ ਕਿ ਜਿਹੜੇ ਮੁਖਾਲਫੀਨ ਅਹਿਮਦੀਅਤ ਨੇ ਉਹ ਇਹ ਕਹਿੰਦੇ ਔਰ ਸਮਝਦੇ ਨੇ ਕਿ ਮਿਰਜ਼ਾ ਸਾਹਿਬ ਔਰ ਉਹਨਾਂ ਦੀ ਜਮਾਤ ਜਿਹੜਾ ਨਿਜ਼ਾਮ ਹੈ ਅੰਗਰੇਜ਼ ਨੇ ਖੜਾ ਕੀਤਾ ਹੈ, ਤੇ ਉਹਨੂੰ ਉਹਨਾਂ ਨੇ ਫੜ ਲਿਆ ਉਹਨਾਂ ਦੀ ਤਾਰੀਖ ਤੋਂ ਜਾ ਕੇ ਕਿ ਮਿਰਜ਼ਾ ਸਾਹਿਬ ਨੇ ਖੁਦ ਕਬੂਲ ਵੀ ਕਰ ਲਿਆ ਕਿ ਮੈਂ ਉਹਨਾਂ ਦਾ ਖੁਦ ਕਾਸ਼ਤਾ ਪੌਦਾ, ਤੇ ਇਹ ਲੋ ਫੜੇ ਗਏ ਡੰਗੇ ਹੱਥ। ਜਦੋਂ ਇਹ ਗੱਲ ਕਹਿੰਦੇ ਨੇ ਤੇ ਮਿਰਜ਼ਾ ਤਾਹਿਰ ਅਹਿਮਦ ਸਾਹਿਬ ਕਹਿੰਦੇ ਨੇ ਇੰਜ ਨਹੀਂ ਹੈ, ਅਸੀਂ ਇਹ ਨਹੀਂ ਸਮਝਦੇ, ਅਸੀਂ ਇਹ ਨਹੀਂ ਹਾਂ, ਬਸ ਇਤਨੀ ਗੱਲ ਹੈ। ਨਹੀਂ ਉਹਦੇ ਤੇ ਹਾਸ਼ੀਆ ਰਾਈ ਤੋਂ ਬਗੈਰ ਜਿੰਨੀ ਉਹਨੇ ਗੱਲ ਆਖੀ ਹੈ ਉਨੀ ਦੀ ਗੱਲ ਤੇ ਕਰਨੀ, ਉਹਦੇ ਉੱਤੇ ਕੋਈ ਹਾਸ਼ੀਆ ਰਾਈ ਕਰਨ ਦੀ ਆਮਰ ਨਜ਼ੀਰ ਸਾਹਿਬ ਯਾਰ ਵੱਡੇ ਹੋ ਜਾਓ ਯਾਰ, ਖੁਦਾ ਦੀ ਮਤਲਬ ਕੀ ਮਤਲਬ ਹੈ? ਉੱਥੇ ਹੀ ਚੌਥੀ ਪੰਜਵੀਂ A B ਵਾਲੀਆਂ ਗੱਲਾਂ ਜਿਹੜੀਆਂ ਨੇ ਦੁਹਰਾਈ ਜਾਣੀਆਂ, ਵਾਜ਼ੇ ਮਜ਼ਮੂਨ ਹੈ। ਮਿਰਜ਼ਾ ਤਾਹਿਰ ਅਹਿਮਦ ਸਾਹਿਬ ਨੇ ਕੀ ਕਿਹਾ, ਉਹਨਾਂ ਦਾ ਕੀ ਮਫਹੂਮ ਸੀ, ਮਤਲਬ ਐਡੇ ਨਿਆਣੇ ਤੇ ਉਹ ਵੀ ਨਹੀਂ ਸੀ। ਜਿਹੜਾ ਹੈ ਇਹ को बहुत ज्यादा ऐसा अपीलिंग नहीं है जिसे तो बड़ा पता लगे लो। वैसे हुसैनी साहब ने बड़ा अच्छा समझा दिया माशाल्लाह। मैं सिर्फ इतना से ऐड करना चाहता था कि वो इसलिए कि जो खलीफा मसीह राबे रहमतुल्लाह ने फरमाया वो इस बेस के ऊपर
कि जो गैर अहमदी हजरात जो इल्जाम लगाते हैं कि जी हम खुद काश्ता पौधा है और हमने जहाद खत्म किया मिर्जा साहब ने इसलिए कि उनको खतरा था कि मुसलमान जो है ये बड़ी जंगजू कौम है, इनसे हम कभी नहीं जंग जीत सकते। अगर इनको गुलाम बनाना है ना तो इनमें से कोई ऐसा बंदा खड़ा करो कि जो इनमें जिहाद का जज्बा खत्म कर दे। उन्हें तानू गुलाम थे उन्होंने पहले ही बनाया सी, हुण की करना सी जिहाद दा जज्बा। तुसी किहड़ियां तोपां पहले गड्डियां ही सन, वो तो मेहरबानी हो आराम ने निकल के तानू आजादी दे गए। अदरवाइज नेक्स्ट 1000 साल भी तुम्हें पकड़ के बैठे रहते, तुम कुछ नहीं पट सकते थे। तो इस बेस के ऊपर हजूर ने फरमाया। बाकी दोनों जो हुसैनी साहब ने बात की है वो बिल्कुल ठीक है, माशाल्लाह, जज़ाकल्लाह। ਗੱਲ ਨਹੀਂ ਕੀਤੀ ਵੀ ਜਿਹਦੇ ਤੋਂ ਨਹੀਂ ਤੁਸੀਂ ਕੋਈ ਐਸੀ ਬੁਰੀ ਗੱਲ ਨਹੀਂ ਕੀਤੀ, ਤੁਸੀਂ ਬੜੀ ਅੱਛੀ ਗੱਲ ਉਠਾ ਰਹੇ ਹੋ। ਉਹਦੇ ਤੋਂ ਮੈਂ ਉਹਨੂੰ ਇਸ ਤਰ੍ਹਾਂ ਵਾਅਦਾ ਕੀਤਾ ਹੈ ਕਿ ਇੱਕ ਤੇ ਉਹਦਾ ਜਿਹੜਾ ਸਿਆਕੋ ਸਬਾਕ ਹੈ ਨਾ, ਉਹਦੇ ਵਿੱਚ ਉਹਨਾਂ ਦੇ ਵਾਲਿਦ ਸਾਹਿਬ ਦੀ ਕਾਰਕਰਦਗੀ, ਉਹਨਾਂ ਦੇ ਭਾਈ ਦੀ ਕਾਰਕਰਦਗੀ, ਉਹਨਾਂ ਦੀ ਆਪਣੀ ਤਾਰੀਰਾਤ, ਉਹ ਸਾਰੀਆਂ ਚੀਜ਼ਾਂ ਉਹਨਾਂ ਨੇ ਖਿਦਮਾਤ ਯਾਦ ਕਰਾਈਆਂ ਨੇ। ਹੁਣ ਜਿਹੜਾ ਐਕਸ਼ਨ ਹੋਣ ਦਾ ਖਤਰਾ ਹੈ ਉਹ ਕਿਹਦੇ ਖਿਲਾਫ ਹੈ? ਮਿਰਜ਼ਾ ਸਾਹਿਬ ਦੇ ਤੇ ਮਿਰਜ਼ਾ ਸਾਹਿਬ ਦੀ ਜਮਾਤ ਦੇ ਖਿਲਾਫ ਹੈ। ਤੇ ਉਹ ਯਾਦ ਕੇ ਕਰਾ ਰਹੇ ਨੇ ਕਿ ਇਹ ਸਾਰੀਆਂ ਜਿਹੜੀਆਂ ਖਿਦਮਾਤ ਨੇ, ਇਹ ਖਾਨਦਾਨ ਸਾਡਾ, ਇਹ ਤੁਹਾਡੇ ਵਾਸਤੇ ਇਸ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਘਰ ਲਗਾਏ ਜਾਂ ਪੌਦਾ ਹੁੰਦਾ, ਉਸ ਤਰ੍ਹਾਂ ਦੀ ਗੱਲ ਹੈ। ਇਹਦੇ ਨਾਲ ਕੋਈ ਫੈਸਲਾ ਕਰਨ ਲੱਗਿਆ ਸਾਡਾ ਖਿਆਲ ਰੱਖਿਓ। ਉਹਦੀ ਯਾਦਦਾਸ਼ਤ ਕਰਾਈ ਹੈ ਤੇ ਕੋਈ ਹਰਜ ਨਹੀਂ, ਠੀਕ ਹੈ। ਐਵੇਂ ਖਾਮ ਕਿਸੇ ਗੱਲ ਨੂੰ ਅਸੀਂ ਬਣਾ ਕੇ ਤੇ ਬਹੁਤ ਜ਼ਿਆਦਾ ਉਛਾਲੀਏ। हुसैन साहब जज़ाकल्लाह ना आमिर नज़ीर साहब ਦਾ ਸ਼ੁਕਰੀਆ, ਉਹਨਾਂ ਨੇ ਸਵਾਲ ਚੁੱਕਿਆ ਤੇ ਤੁਸੀਂ ਜਵਾਬ ਦਿੱਤਾ, ਤੁਹਾਡਾ ਵੀ ਸ਼ੁਕਰੀਆ ਤੇ ਬਾਤ ਵਾਜ਼ਿਹ ਹੋ ਗਈ। ਬਹੁਤ ਸ਼ੁਕਰੀਆ ਜੀ ਸਾਰਿਆਂ ਦਾ। ਮਤਲਬ ਉਹਦੇ ਵਿੱਚੋਂ अस्सलाम वालेकुम। वालेकुम सलाम रहमतुल्लाह जी। जी बादशाह साहब की हाल है? अभी तक किस तरह ने मैं कह रहा इख्तलाफ करने ਲਈ ਸਹੀ ਸਾਹਿਬ ਹੋਰ ਬੜੀਆਂ ਚੀਜ਼ਾਂ ਕਾਇਦ ਵੀ ਸਾਡੇ ਇਖਤਲਾਫ ਨੇ ਸਭ ਹੈ ਜਾਰੀ ਰਹਿਣੀਆਂ ਨੇ, ਲੇਕਿਨ ਹੁਣ ਹਰ ਯਾਨੀ ਕਿ ਉਸ ਚੀਜ਼ ਨੂੰ ਕੱਢ ਕੇ ਸਾਡੇ ਲੋਕ ਮਤਲਬ ਪੇਸ਼ ਕਰਨਾ ਕਿ ਠੀਕ ਨਹੀਂ, ਹਰ ਚੀਜ਼ ਨੂੰ ਗਲਤ ਨਜ਼ਰ ਨਾਲ ਨਹੀਂ ਦੇਖਣਾ ਚਾਹੀਦਾ। ਬਾਅਦ ਗੱਲਾਂ ਐਸੀਆਂ ਨੇ ਜੇ ਉਹਦੇ ਤੇ ਸ਼ਿੱਦਤ ਇਖਤਿਆਰ ਕਰੀਏ ਤੇ ਉਹ ਸ਼ਿੱਦਤ ਕਰਨ ਵਾਲਿਆਂ ਦੇ ਆਪਣੇ ਉੱਤੇ ਥੋੜਾ ਜਿਹਾ ਸ਼ੱਕ ਪੈਦਾ ਕਰ ਦਿੰਦੀਆਂ ਨੇ ਕਿ ਉਹ ਹਰ ਗੱਲ ਨੂੰ ਸਿਰਫ ਮੁਖਾਲਫ ਲੈਂਦੇ ਨੇ। ਕਿ ਜਿਹੜੇ ਮੁਖਾਲਫ ਹੁੰਦੇ ਨੇ ਉਹਨਾਂ ਦੀਆਂ ਵੀ ਬਾਅਦ ਗੱਲਾਂ ਅੱਛੀਆਂ ਹੁੰਦੀਆਂ ਨੇ। ਸਾਡੇ ਅਲਾਮਾ ਸਾਹਿਬ ਕਈ ਦਫਾ ਕਹਿੰਦੇ ਰਹਿੰਦੇ ਨੇ, ਤਾਰੀਰਾਂ ਕੱਢ ਕੇ ਲਿਆਉਂਦੇ ਨੇ ਕਿ ਮਿਰਜ਼ਾ ਸਾਹਿਬ ਨੇ ਤੇ ਬਹੁਤ ਅੱਛੀ ਗੱਲ ਕਹੀ, ਇਸ ਗੱਲ ਨਾਲ ਮੈਂ ਮੁਤਫਿਕ ਹਾਂ, ਬਿਲਕੁਲ ਠੀਕ ਹੈ। ਤੋ ਇਹ ਤਾਂ ਨਹੀਂ ਹੁੰਦਾ ਵੀ ਹਰ ਦੁਨੀਆ ਜਿਹੜਾ ਅੱਲਾਹ ਤਾਲਾ ਨੇ ਬੰਦਾ ਪੈਦਾ ਕੀਤਾ ਉਹਦੀ ਹਰ ਗੱਲ ਹੀ ਬੁਰੀ ਹੈ, ਕੋਈ ਗੱਲ ਹੀ ਪਸੰਦ ਨਹੀਂ ਆਉਣੀ। ਤੇ ਜਿਹੜੀਆਂ ਗੱਲਾਂ ਮੁਸ਼ਤਬੇ ਹੁੰਦੀਆਂ ਨੇ, ਮੁਤਨਾਜ਼ਾ ਹੁੰਦੀਆਂ ਨੇ, ਉਹਨਾਂ ਵਿੱਚੋਂ ਬਾਅਦਿਆਂ ਨੂੰ ਸ਼ੱਕ ਦਾ ਹਲੌਂਸ ਵੀ ਦੇ ਕੇ ਛੱਡਣਾ ਵੀ ਪੈਂਦਾ ਤੇ ਬਾਅਦ ਮੁਹਕਮ ਹੁੰਦੀਆਂ ਨੇ ਉਹਦੇ ਤੇ ਅੜਨਾ ਵੀ ਪੈਂਦਾ। ਠੀਕ ਹੈ, ਜਿੱਥੇ ਅੜਨਾ ਪਏਗਾ ਉੱਥੇ ਅੜਾ ਵੀ, ਕਿਉਂ ਨਹੀਂ। ਤੇ ਬਸ ਇੰਨੀ ਗੱਲ ਹੀ ਸੀ। ਐਵੇਂ ਕਸ਼ਮੀਰੀ ਸਾਹਿਬ ਨਾ ਬਾਰ-ਬਾਰ ਕਹਿੰਦੇ ਨੇ, ਮੈਂ ਕਹਿੰਦਾ ਕੋਈ ਮੈਂ ਐਸੀ ਗੱਲ ਨਹੀਂ ਕਿ ਮੈਂ ਸਿਰਫ ਹਾਸ਼ੀਆ ਰਾਈ ਤੋਂ ਬਗੈਰ ਜਿੰਨੀ ਗੱਲ ਉਹਨਾਂ ਨੇ ਮਿਰਜ਼ਾ ਸਾਹਿਬ ਨੇ ਲਿਖੀ, ਅਗਰ ਕੋਈ ਮੁਖਾਲਫ ਇੰਨੀ ਗੱਲ ਕਵੇ ਤੇ ਫਿਰ ਤਾਂ ਝੂਠਾ ਇਲਜ਼ਾਮ ਨਹੀਂ ਨਾ ਹੈ, ਹਾਸ਼ੀਆ ਰਾਈ ਨਾ ਕਰੇ। ਜਿਹੜੀ ਗੱਲ ਮਿਰਜ਼ਾ ਸਾਹਿਬ ਨੇ ਕਹੀ ਉਹ ਤੇ ਕਹਿ ਸਕਦਾ ਨਾ ਵੀ ਇਹ ਮਿਰਜ਼ਾ ਸਾਹਿਬ ਨੇ ਕਿਹਾ, ਜੀ ਉਹ ਕਹਿ ਸਕਦਾ, ਬਿਲਕੁਲ ਆਦੇ ਵਿੱਚ ਕੋਈ ਝੂਠਾ ਇਲਜ਼ਾਮ ਨਹੀਂ ਹੈ, ਕੋਈ ਹੱਦ नहीं। ठीक है, मिर्जा ताहिर अहमद साहब ने जो कुछ किया है सन कबूल है, बिल्कुल लानतुल्लाह अलल काज़िबीन। मिर्जा ताहिर अहमद साहब ने फरमाया वो भी दुरुस्त है, बिल्कुल उस पॉइंट ऑफ व्यू नाल लानतुल्लाह अलल काज़िबीन। ਉਹਨੇ ਬਈ ਉਹਨਾਂ ਨੇ ਜਿਹੜਾ ਫਰਮਾਇਆ ਉਸ ਟਾਈਮ 88 ਵਿੱਚ ਹੋਇਆ, ਇਹ ਗੱਲ ਹੋਈ ਨਾ 87 ਵਿੱਚ 88 ਵਿੱਚ, ਤੇ ਉਸ ਤੋਂ ਬਾਅਦ ਜਿਹੜੀ ਹੈ ਉਹ ਪੂਰੇ ਮਤਲਬ ਕਿ ਵਸੂਖ ਨਾਲ ਉਹਨਾਂ ਨੇ ਸਾਰੇ ਫਿਰ ਆਮੀਨ ਕਰ ਰਹੇ ਸਨ ਅੱਗੇ। ਉਹਦੇ ਬਾਅਦ ਤੁਸੀਂ ਜੇਕਰ ਨਜ਼ਰ ਦੌੜਾਓ ਕਿ ਜਮਾਤ ਅੱਲਾ ਦੇ ਫਜ਼ਲ ਨਾਲ ਬਹੁਤ ਅੱਗੇ चली गई है। बात तो ये नहीं वो छोड़ो बात नजीर साहब, बात तो ये है कि जिस वक्त ये लोग बात करते हैं या तो ये बंद कर देना ताहिर जैसा ਤੁਹਾਡਾ खुला माइक
ہاں جس وقت یہ لوگ بات کرتے ہیں وہ صرف یہاں پہ رکتے تو نہیں نا کہ جی جماعت احمدیہ انگریز کا خود کاشتہ پودا ہے. کیا لکھا ہے جی؟ یہ مرزا صاحب نے لکھا ہے. تو اس کا مطلب کیا ہے؟ جیسے وہ حضرت اما جان نے فرمایا کہ میں تو آپ کی لونڈی ہوں، تو اگے دی اگے لگے جاندے نے نا پھر. تے لونڈی کے ساتھ تو جی مباشرت بھی ہو سکتی ہے، تو پھر یہ بچے بھی سارے نعوذ باللہ کس کے ہیں جی؟ وہ تو پھر نکل. تو اس لحاظ سے حضور نے بات کی کہ لعنت اللہ علی الکاذبین، جو تمہاری انٹینشن ہے اور جو تمہاری گندی مینٹالٹی ہے اس پہ خدا کی لعنت ہے. ہاں لکھا تو ہوا کہ خود کاشتہ پودا ہوں. وہ کس پوائنٹ آف ویو سے کہا ہے وہ حسینی صاحب نے بیان کر دیا، بس اتنی سی بات ہے. اگر وہاں تک کہیں جی لکھا ہے، میرے خیال میں علامہ صاحب کو بھی مرزا صاحب کی کسی تحریر پہ اعتراض نہیں تھا. وہ شاید اپنا مرزا طاہر صاحب کی کوئی بات کر رہے تھے، ان کی باتوں میں کچھ کہہ رہے تھے. ورنہ ہاں میں سمجھ گئے ہیں اس بات کے اوپر کہ جو ان کی علامہ صاحب بہرحال بہت ہی زیادہ انٹیلیجنٹ آدمی نے ایسے مننا پڑے گا. انہوں نے کہا جی کہ دیکھو نا، انہوں نے تو کنٹروورسی نکالی ہے نا جی کہ مرزا صاحب کہتے ہیں کہ میں کاشتکار پودا ہوں، تو آپ کے خلیفہ صاحب کہہ رہے ہیں کہ لعنت پہ جو کہتا ہے یہ ہم نہیں ہیں. تو وہ تو نعوذ باللہ بات ہی دوسری کر رہے ہیں نا. انہوں نے گلاں سے ساری ہی سمجھنے ہیں. السلام علیکم. حسینی صاحب نے کلیئرلی سمجھا دیا بات. میں نے کوئی کنٹراڈکشن نہیں نکالی. حسینی صاحب میں بولے ہوں کنٹراڈکشن نہیں، میں نے کہا شاید مرزا طاہر صاحب اس اقتباس کو بھول گئے ہوں گے جب انہوں نے یہ بات کہی ہے. میں کوئی گل کیتی ہے؟ کرو تسی میں نے پوچھا ہی نہیں. تو بھی کچھ بولنا ہے، تو بھی کوئی اپنا کوئی تشریف لے آؤ، کرو چلو کر لو. جو مرزا طاہر صاحب نے فرمایا وہ بھی صحیح ہے، تو جو انہیں پڑھیا وہ بھی صحیح ہے. دونوں گلاں صحیح نے. ٹھیک ہے. مرزا طاہر صاحب نے جنہوں نے جواب دیتا سی انہوں نے جنج دی ذہن سازی کیتی لوکاں دی او دے بارے چ خود کاشتہ پودے دے بارے چ او دے مطابق مرزا طاہر صاحب نے صحیح جواب دیتا. تواڈے نال سونا جمیل صاحب آتے نے ٹھیک ہے. جمیل صاحب ذرا تے دوسرا یہ کہ صرف یہ تعریفاں دے پل جڑے نے یہ حضرت مسیح موعود علیہ السلام نے تو نہیں بننے، انہوں نے بھی بننے نے. انہوں نے بھی پھر خود کاشتہ پودا کہنا یا انہوں نے نہیں کہنا؟ جے انہوں نے کہا تو انہوں نے بھی کہنا چاہیے. تے کیڑی گل ہے؟ ہاں بالکل. او حضرت سید احمد بریلوی مجدد صدی دہم رحمت اللہ علیہ انہوں نے لکھیا ہے کہ سرکار انگریزی یعنی انگریز مولانا صاحب انگریز ہے جڑے عیسائی نے، سرکار انگریزی مسلمانوں پر کچھ ظلم اور تعدی نہیں کرتی. یعنی اتھے جڑے مسلمان رہندے سے نا انڈیا پاکستان انہاں تے کوئی ظلم تعدی نہیں کرتے، بڑے رحم دل سن تہاڈے تے. اور نہ ان کو فرض مذہبی اور عبادت لازمی سے روکتی ہے. یعنی تانوں مذہبی آزادی بھی دتی سی، عبادت دی بھی چھٹی، کھلے نفل فرض پڑھو. ہم ان کے ملک میں اعلانیہ واز کرتے ہیں. یعنی اعلانیہ ہوں تو تہاڈیاں اذاناں مریم واز بند کراتی ہیں نا، اتھے اعلانیہ واز کر دے سو تسی. اور ترویج مذہب کرتے ہیں. وہ کبھی معنی اور مذاہب نہیں ہوتی، مزاحم نہیں ہوتی، بلکہ اگر کوئی ہم پر زیادتی کرتا ہے یعنی اتھے تہاڈے نال اگر کوئی زیادتی ہوندی نا، اچھا یعنی بھی نال اوتھے لکھیا کہ یعنی تسی پہ کردے ہو؟ یعنی میرا ہے. یعنی تہاڈے نال زیادتی کوئی زیادتی ہوندی ہی تو اس کو سزا دینے کو تیار رہتے. کسی دی عبارت دے نال یعنی کیتا جا سکدا ہے نا. تہاڈے ویسے سیالکوٹی صاحب آپ اسلامی جمہوریہ پاکستان چ تے لبیک ٹھیک ہے جیڑا یعنی دسو. او یار سیالکوٹی صاحب سیالکوٹی صاحب او سیالکوٹی صاحب ہن ہو رہا او سیالکوٹی صاحب او سیالکوٹی صاحب او سیالکوٹی صاحب مریم نواز ٹھیک ہے یا سرکار انگریز ٹھیک سی؟ یہ تو یار یہ بات کرنے کا طریقہ نہیں ہوتا. سیالکوٹی صاحب باز آ جاؤ یار. آپ صرف اقتباس پڑھیں اور اس کے بعد لوگوں کو اس پہ تبصرہ کرنے دیں. آپ لمبیاں تقریراں چلو میں نہیں جیڑی یعنی وچ سمجھ آندی ہے بعد میں. چلو دوبارہ سن یہ بھی کی لکھیا ہے؟ دوبارہ سن لو. ہن وچ کوئی الف بے نہیں. سرکار انگریزی مسلمانوں پر کچھ ظلم اور تعدی نہیں کرتی اور نہ ان کو فرض مذہبی اور عبادت لازمی سے روکتی ہے. ہم ان کے ملک میں اعلانیہ آواز کرتے اور ترویج مذہب کرتے ہیں.
वो कभी माने और मजाहब नहीं होती, बल्कि अगर कोई हम पर ज्यादती करता है तो उसको सजा देने को तैयार है। हुण इदों बाद मेरा यानी उत्थे तुहाडे ते कोई जुल्म नहीं सी हुंदा, बहुत रहमदिल अंग्रेज सन। हुण तुहानूं सड़कां ते भी जुत्तियां पैंदियां ने, छितरो छितरी होए हुंदे हो, ते मस्जिदां ते कदी लब्बैक या रसूलुल्लाह लिखदे हो, वो मिटाण आ जांदे ने, ठीक है। ਐਲਾਨੀਆਂ ਆਵਾਜ਼ ਕਰਦੇ ਸੋ। ਹੁਣ ਜਿਹੜੀ ਤੁਹਾਡੀ ਇਸਲਾਮੀ ਜਮਹੂਰੀਆ ਪਾਕਿਸਤਾਨ ਆਪਣੀ ਹਕੂਮਤ ਕਿਉਂਕਿ ਤੁਹਾਡੇ ਆਜ਼ਾਦੀ ਲੈ ਲਈ ਨਾ, ਛੁੱਟ ਕੇ ਆਜ਼ਾਦ ਹੋ ਗਏ ਤੁਸੀਂ, ਉੱਥੇ ਹੁਣ ਤੁਹਾਡੇ ਤੇ ਅਜ਼ਾਨਾਂ ਤੇ ਵੀ ਸਿਰਫ ਅਜ਼ਾਨ ਦੀ ਇਜਾਜ਼ਤ ਹੈ, ਬਾਕੀ ਕੋਈ ਐਲਾਨੀਆਂ ਆਵਾਜ਼ ਖਬਰਦਾਰ ਸਪੀਕਰ ਚ ਜੇ ਕਿਸੇ ਨੇ ਕੋਈ ਇੱਕ ਲਫ਼ਜ਼ ਵੀ ਬੋਲਿਆ ਤੇ ਅੱਗੇ ਉਹਨਾਂ ਜਿਹੜਾ ਕਿਹਾ ਕਿ ਉਹ ਕੋਈ ਜ਼ਿਆਦਤੀ ਨਹੀਂ ਸੀ ਕਰਦੇ, ਤੇ ਜਿਹੜਾ ਜ਼ਿਆਦਤੀ ਕਰਦਾ ਸੀ ਉਹਨਾਂ ਨੂੰ ਸਜ਼ਾ ਦੇਣ ਲਈ ਤਿਆਰ ਹੁੰਦੇ ਸੀ। ਤੇ ਹੁਣ ਤੁਹਾਨੂੰ ਸਰੇਆਮ ਗੋਲੀਆਂ ਮਾਰੀਆਂ ਜਾ ਰਹੀਆਂ ਨੇ, ਉੱਥੇ ਤੁਹਾਨੂੰ ਪਹਿਲੇ ਸਾਨੂੰ ਮਾਰੀਆਂ ਜਾਂਦੀਆਂ ਸੀ, ਹੁਣ ਤੁਹਾਨੂੰ ਵੀ ਮਾਰੀਆਂ ਜਾਂਦੀਆਂ, ਠੀਕ ਹੈ। ਤੇ ਉਹ ਸਰੇਆਮ ਜ਼ਿਆਦਤੀਆਂ ਵੀ ਤੁਹਾਡੇ ਨਾਲ ਹੋ ਰਹੀਆਂ, ਤੇ ਸਜ਼ਾ ਸਜ਼ੂ ਵੀ ਕਿਸੇ ਨੂੰ ਨਹੀਂ ਹੋ ਰਹੀ, ਕਿਉਂਕਿ CCD ਆ ਗਈ ਹੈ ਤੇ ਉਹ ਹੀ ਤੁਹਾਡਾ ਬੰਦੋਬਸਤ ਕਰੇਗੀ। ਠੀਕ ਹੈ। ਮੈਂ ਕਿਹਾ ਤੁਸੀਂ ਤੇ ਇੰਨੀ ਜ਼ਿਆਦਾ ਯਾਨੀ ਕੀਤੀ ਹੈ ਤੇ ਇੰਨੀ ਗੱਲ ਸਮਝਾਈਏ, ਮਰਹਮਤ ਫਰਮਾਈਏ। ਮੈਂ ਕਿਹਾ ਜੇ ਇਜਾਜ਼ਤ ਦਿਓ ਤੇ सिर्फ इन्ना कहना तो जायज है ना, बगैर आशियाराई तो कि जमात अहमदिया अंग्रेज का खुद काश्ता पौधा है, ये तो कोई गलत गल नहीं ना है। नहीं, ये हजरत मसीह मौद अलैहिस्सलाम ने ये नहीं फरमाया, तुसी ये हाशियाराई कर रहे हो ना। अगे जाके फरमाया कि मेरे ते मेरी जमात ते शफकत करो। ये हर कोई आंदा, मैं भी इत्थे जर्मन हुकूमत तो तवक्को भी रखना कि मेरे ते शफकत करेगी ਤੇ ਮੇਰੀ ਆਲ ਔਲਾਦ ਤੇ ਵੀ ਸ਼ਫਕਤ ਕਰੇਗੀ। ਕੱਲ ਨੂੰ ਅਗਰ ਮੈਂ ਵੀ ਕੋਈ ਜਮਾਤ ਬਣਾਈ ਤੇ ਮੈਂ ਵੀ ਉਹਨਾਂ ਨੂੰ ਕਹਾਂਗਾ ਮੇਰੀ ਜਮਾਤ ਤੇ ਜ਼ਰਾ ਹੱਥ ਹੌਲਾ ਰੱਖਣਾ। ਇਹਦਾ ਇਹ ਮਤਲਬ ਮੈਂ ਖੁਦ ਕਾਸ਼ਤਾ ਪੌਦਾ ਭਾਈ ਹੱਥ ਹੌਲਾ ਰੱਖਣਾ ਹੈ। ਵਜ੍ਹਾ ਇਹ ਵੇ ਕਿ ਮੈਂ ਤੁਹਾਡਾ ਖੁਦ ਕਾਸ਼ਤਾ ਪੌਦਾ ਵਾਂ। हाँ तो जमात का कहाँ लिखा हुआ है? ਤੇ ਖੁਦ ਕਾਸ਼ਤਾ ਪੌਦਾ तो मुराद ਉੱਤੇ ਉਹਨਾਂ ਦੱਸ ਦਿੱਤਾ ਨਾ ਕਿ सैनी साहब ने भी फरमा ਦਿੱਤਾ है कि वैसे आमन नजीर, अगर आपके प्रिंसिपल को फॉलो करे तो बंदे ਨੂੰ हर वक्त कहते रहना चाहिए कि नमाज के करीब मत जाओ। लिखे है जी, नमाज के करीब मत जाओ जी, नमाज के करीब मत जाओ, नमाज के करीब मत जाओ। कर दो कहीं जाए साडा की इतराज है। मुझे एक शेर आया भाई, ये गौर से सुन ले। मैं घर से निकला सवाल लेके, आगे एक मोड़ आया, मैं सवाल उसे छोड़ आया। ठीक, मैं सिर्फ इन्नी गल आखी है कि ਉਹ ਜਿਹੜੀ ਤੁਸੀਂ ਸਿੱਧੂ ਸਾਹਿਬ ਆਖਿਆ ਨਾ ਕਿ ਉਹਨਾਂ ਨੇ ਆਖਿਆ ਕਿ ਇਹਦੇ ਨਾਲ ਰਹਿਮਦਿਲੀ ਨਾਲ ਪੇਸ਼ ਆਓ, ਨਰਮੀ ਨਾਲ ਪੇਸ਼ ਆਓ, ਉਹਦੀ ਵਜ੍ਹਾ ਔਰ ਉਹਦਾ ਸਬਬ ਉਹਨਾਂ ਇਹ ਬਿਆਨ ਕੀਤਾ ਹੈ ਕਿ ਭਈ ਅਸਾਂ ਇੰਨੀਆਂ ਕੁਰਬਾਨੀਆਂ ਦਿੱਤੀਆਂ, ਮੈਂ ਕੁਰਬਾਨੀਆਂ ਦਿੱਤੀਆਂ, ਮੇਰੇ ਵਾਲਿਦ ਨੇ, ਮੇਰੇ ਭਾਈ ਨੇ ਕੁਰਬਾਨੀਆਂ ਦਿੱਤੀਆਂ, ਲਿਹਾਜ਼ਾ ਇਹ ਹੁਣ ਤੁਸੀਂ मैं कुर्बानियां दी थी, ली है, मैं कुर्बानियां दी थी, मैं हैं। अच्छा, जो अलामा साहब है ना, अलामा साहब, मैं कुर्बानियां दी थी, ली है। जो लिखा ਉਹਨੂੰ ਅਸੀਂ ਆਪ ਹੀ ਪढ़ ਲੈਨੇ ਆ। ਉਹਨਾਂ ਲਿਖਿਆ सिर्फ ये इल्तमास है कि सरकार दौलत मदार ऐसे खानदान की निस्बत, यानी अपने खानदान की निस्बत, जिसको 50 बरस के मतवातर तजर्बा से, यानी 50 बरस का तजर्बा है, यकीनन 50 बरस पहले जमात कोई नहीं सी उदों ना, एक वफादार जानसार खानदान साबित कर चुकी है। यानी अपने खानदान की खिदमत वफादारी मुल्क नाल हर एक दी हुंदी है, वो चाहिदी भी है, बड़ी अच्छी गल है। और जिसकी निस्बत गवर्नमेंट सामने लगा है, वो तुसी पढ़ी वेखी जाओ। और जिसकी निस्बत गवर्नमेंट आलिया के मुअज़्ज़ज़ हकाम ने हमेशा मुस्तहकम राय से अपनी चिट्ठियात में ये गवाही दी है, यानी कि गवर्नमेंट ने भी ये गवाही देती है कि खानदान बहुत अच्छा है, कि वो कदीम से सरकार अंग्रेजी के पक्के खैर खा, यानी अपनी हुकूमत खैर खा ने और खिदमत गुजार ने, ये हर शहरी होना चाहिए। इसका इस खुद काश्ता पौधा की निस्बत, यानी कि 50 साल तो जो कोई रह रहा है तो उन्होंने अपनी शायद सारे शहरी खुद काश्ता ही पौधे होंगे ना, हुकूमत ही पले हुए। साडी हुकूमत दूजे मौलवी तो नहीं ना हो सको ना, काश्ता पौधा की निस्बत नहायत और तवज्जो से काम ले। ਇਹਦੇ ਚ ਕੋਈ ਗੱਲ ਐਸੀ नहीं कि ऐसी मैं कदों कहना कोई ऐसी गल है, मैं देखा जिन्नी इलामा इकबाल साहब को भी ना डालें कि वो उनकी मलका की और अपने मातहत हुकाम को इशारा फरमाए कि वो भी इस खानदान की साबितशुदा वफादारी और अखलास का लिहाज रखकर, इत्थे तक खानदान की गल हो रही है, रख कर मुझे
اور میری جماعت کو ایک خاص نہایت عنایت اور مہربانی کی نظر سے دیکھے تے کی یہ تے غلط کیڑی گل ہے ساریاں نو ساری جماعتاں نو سدھو صاحب سیالکوٹی صاحب ملک دی حکومت نو ایک خاص عنایت تے مہربانی نال ہی ویکھنا چاہیے. اور سیالکوٹی صاحب ہمارے خاندان نے سرکار انگریزی کی یار یہ تو بندے فرق نہیں کیا. یہ بھی ججا صاحب ہی نے. لہذا ہمارا حق ہے کہ ہم خدمات گزشتہ کے لحاظ سے سرکار دولت مدار کی پوری عنایات اور خصوصیت توجہ کی درخواست کریں تا ہر ایک شخص بے وجہ ہماری آبرو ریزی کے لیے دلیری نہ کر سکے. اب کسی قدر اپنی جماعت کے نام ذیل میں لکھتا ہوں تو یہ کوئی حرج والی کوئی تو سیالکوٹی صاحب جو جواب دے دیا نا ابھی آپ نے اور جو حسینی صاحب نے بھی پہلے ایکسپلین کر دیا اس کے بعد فل سٹاپ ہو جانا چاہیے. یہ بہترین آنسر ہے. ابھی اگر آپ اس کو بغیر وجہ سے کھینچتے جائیں گے نا تو عامر نذیر کی یہی منشا ہے. اگر اس کو چپ کرانا نا اس کو اکیلے کو بولنے تو آپ سب میوٹ لگا لیں کیونکہ جواب جو تھا وہ دے دیا اور سننے والوں کو سمجھ آ گئی ہے. اس کی وجہ بھی یہ ہے نا کہ یہ بات ٹھیک ہے بےزتی محسوس کریں گے نا عامر نذیر صاحب تو ان سے رکا نہیں جائے گا. وہ تھوڑی سی ان کی بےزتی محسوس کر رہے ہیں اور اس لیے وہ اس وقت کوشش کر رہے ہیں کہ وہ بس بولتے جائیں. ہاں تو آپ چپ کر جانا. آپ ان کی بےزتی کو نلیفائی کر رہے ہیں. اچھا نہیں عامر نذیر صاحب مینوں ایک مشورہ دو. دیکھو مینوں مشورہ مانگ رہے پہ چپ نہیں کر سکتے. 30 سال ہو جان تے میں اپنی تنظیم بناواں تے مینوں کی حکومت نو کی کہنا چاہیے کہ مینوں بھی لتری کرو ذرا. ان کو بولنے دیں, عامر نذیر کو بولنے دیں. وہ محسوس کر رہے ہیں. پیارے بھائیو جو انگریزوں نے مربے بانٹے اور اس میں پودے لگے ان کو بس بولنے دیں, چھوڑ دیں نذیر. پیارے بھائیو جو انگریزوں نے مربے بانٹے اس میں پودے لگے وہ کس کے خود کاشتہ پودے تھے جو پھر سارے ہرے بھرے. اچھا یہ بتائیں مجھے نذیر صاحب وہ کسی مولوی کو دیے تھے؟ محمد حسین بٹالوی کو ملے ہیں؟ علامہ اپنا جو تھے کیا نام تھا امرتسری صاحب کو ملے ہیں؟ کسی مولوی نے لیے لیتے رہے ہیں. یہ تو وظیفے لیتے رہے ہیں. اور وظیفے تو ابھی گزارا الاؤنس تو لینا پڑتا ہے, اجازت ہے. یہ تو قادیان آنے جانے کا کرایہ بھی لیتے رہے ہیں. ان کی کیا بات ہے؟ تو وہ نہیں تو انگریز اپنی جیب سے دیتا تھا. وہ ہمارے لوگوں سے ٹیکس لے کے ہماری فصلیں کھا کے لگان لے کے اسی میں سے دیتا تھا نا. نہیں محرم جو ملکہ کی وفات پر محرم قرار دیا گیا. محرم وہ تو بھائی ملکہ تو پھر ملکہ ہونو جتنے شیر جنگل جرا کے شیر دینا دشمنی ان کو محرم کے ساتھ. نذیر صاحب علامہ صاحب رحمت اللہ علیہ دا جڑا کلام ہے کہ سنا ہے کہ عید تھی عید ہوا کرے محرم کا نام دیتا ہوں تو یہ برائی کی ہے کی گل ہے؟ میں کہنا بہترین بہت اچھی اسی تے انہوں کہنے ہاں ملکہ دے نال محبت اگر اظہار علامہ صاحب رحمت اللہ علیہ نے کیتا ہے انہاں دی رعایا ہے اتنے رہندے انہاں دی وفات تے افسوس دا اقرار کیتا ہے. انہوں دی وفات نو انج ہی صدمہ قرار دیتا ہے جیسا محرم دا ہے. ٹھیک ہے جیسا انہوں نے محسوس کیتا ہو. یعنی کہ انہوں نے کہا کہ جس طرح امام حسین دی شہادت دا اسی سوگ منانے ایسے تری ملکہ وکٹوریا دی وفات برابر ہی ہو گیا. وہ بھی میں کہہ رہا ہوں کہ وہ پودے تھے نا خود کاشتہ پودے تھے جنہیں جو کوئی آکھیا ہے انہوں اون کرنا چاہیے. جے انہوں نے آکھیا بھی محرم تو زیادہ سو گئے تو انہوں نے اون کرنا چاہیے. جے انہوں نے آکھیا کہ اسی انگریز دا خود کاشتہ پودا ماں یہ بھی کوئی بری گل نہیں, انہوں بھی اون کرنا چاہیے. نہیں اسی کدوں کرنے انہوں اپنا انکار کرنے اون کرنے لیکن ایتھے یہ گل ہے کہ پھر یہ بھی مننا چاہیے نا کہ جس طرح علامہ صاحب جڑے سن وہ امام حسین دی شہادت دے برابر ہی کہہ رہے سن نا. نہیں امام حسین دا شہادت دا کوئی نہیں ذکر آیا بھائی. ابھی جو آپ محرم مناتے ہیں محرم کا مطلب کیا ہے؟ محرم کا مطلب کیا ہے؟ وہی مطلب ہے جڑا محرم دا ہے. محرم دا مطلب جڑا محرم دا مہینہ اسلامی حسینی صاحب عام لوگ کہتے ہیں کہ یہ نعوذ باللہ مرزا صاحب کی جو نبوت ہے یہ انگریز نے گھڑی ہے. وہ پہلے نبوت ہوئے گی تو انگریز کرے گا. انہوں نے انگریز دا خود کاشتہ پودا نبوت نہیں جماعت. ان کی سینس یہی ہے کہ یہ نبوت وہاں نذیر صاحب کھڑی کی ہے مسلمانوں نے. نذیر صاحب ذرا غور کر لو گل تے جے تے انہاں دی نبوت ہے
پھر شفتا سکتا ہے کہ شاید صاحب یہ علامہ صاحب آپ کے سامنے بیٹھ کے جھوٹ یہ بول ہے ہی نہیں تو پھر تمہیں خود کسی انگریز جماعت کو کہاں لکھا ہے کہ وہ خود کاشتہ پودا ہے؟ ہن وہ اپنے خاندان کی بات کر رہے ہیں کہ ہمارا نبوت نوں تے جوڑ خاندان دے ہے، نے ہماری خدمات جو ہیں وہ آپ کی خود کاشتہ ہے، آپ کے سامنے ہے، آپ نے پرورش کی ہے ساری، اپنے خاندان کی بات ہو رہی ہے۔ آگے جا کے جب شفقت مانگی ہے تو تب اپنے خاندان اور جماعت کے لیے مانگی، ورنہ خود کاشتہ جماعت کہاں سب کو ہو رہی ہے؟ سمجھ آ رہی ہے واسطہ اور وسیلہ تو اپنے خاندان سب کو سمجھ آ رہی ہے، لیکن خود علامہ کاشتہ صاحب پودا کر تو یار عامر نذیر صاحب ہر گل کشمیری صاحب نے بھی فرما دیتا ہے، نہیں وہ بڑی نذیر اچھی صاحب گل غلط ہے۔ بات کر رہے عامر ہیں نذیر صاحب آپ جو یہ ہر گل نو اعتراض بنا کے پیش نہیں کرنا چاہیے، جڑا نہیں نذیر کھاندا صاحب جو نہیں کہہ رہے ہیں نا کھاندا، نبوت مٹی نبوت انگریز وہ کا تہاڈے تھوڑا نبوت نہیں ہے، تہاڈی پٹوری بخش بے شمار اعتراضات نے، جماعت ہے نبوت کو وہ کہہ رہے ہیں کہ نبوت خود کاشتہ پودا ہے، غلط کہا ہے نہیں ہو نہیں ہو غلط ہے۔ ہاں ٹھیک ہے۔ اچھا دیکھیں بات یہ ہے کہ یہ عامر نذیر صاحب جو ہے نا یہ بےزتی محسوس کر رہے ہیں، ان کی تھوڑا سا ان کو پروگرام جو بنا کے آئے تھے وہ ان سے پروگرام بن نہیں پا رہا، پھر ان کو ایسے جواب وہ ملتے کوئی بہتری نہیں محسوس کر رہے، نہ کوئی پروگرام بنا کے آئے تھے نہ کچھ ہے، ایسی خام حسینی بھائی تصوف دے یہ بارے جو پوچھنا معاندین چاہتا سی تے کوئی احمدیت کے سلسلہ سرخیال ہے نا حسینی صاحب، نہیں سدھو صاحب میں سلسلہ تصوف دے بارے ٹونی صاحب کو پوچھ رہا سی انہاں کہ او دے لگدے نے پیسے تے میں کہا فری لب جائے گا نہیں پیسے نہیں میں پیسے نہیں کیا، میں کہ ਉਹਦੇ ਲਈ بالغ ہونا ضروری ہے، بالغ ہون تو مراد ہے کہ جنہاں دی کوئی پہچان ہوਵੇ، زیر تربیت، زیر تعمیر، زیر غور نہ ہون، یعنی اپنے مقبول فکر کا بڑے فخر نال اظہار کر سکن تے پھر مطلب اور ਉਹਦਾ ਜਿਹੜਾ ہے ਉਹਦਾ اظہار ਕੀਤਾ ہے، پیسے نہیں منگے نہیں اور حسینی بھائی سی نا ਇਹਦੇ ਵਿੱਚ ਤੇ ਕੋਈ ਸ਼ਰਤ ਹੀ ਨਹੀਂ ਸੀ ਨਾ ਉਸ ਸਿਲਸਿਲਾ ਤਸਵਫ ਨੂੰ ਜਾਣਨ ਵਾਸਤੇ ਕੋਈ ਸ਼ਰਤਾਂ ਐਸਨ ਨਾ ਤੁਹਾਡੀਆਂ نہیں لیکن عامر نذیر صاحب جو بھی بے ਮੈਂ عزت ਤੇ بلا مشروط کو سن ਦੱਸ ਦਿੱਤਾ ਨਾ ਕਿ ਤੁਸੀਂ انگریز ਦਾ ਕੁਝ ਇਹ ਤੇ ਅਮਰ ਅਜ਼ੀਜ਼ ਸਾਹਿਬ ਤੁਹਾਨੂੰ ਅੱਛਾ ਜਿਹੜਾ ਤੁਹਾਡਾ ਤਾਲੁਕ ਹੈ ਅਹਿਲ ਸੁਨਨਤ ਵਲ ਜਮਾਤ ਉਹ ਕਿਸ ਡਿਜ਼ਾਈਨ ਦੀ ਵੈਸੇ ਤੁਹਾਡੇ ਜ਼ਿਹਨ 'ਚ ਉਹਦੇ 'ਚ ਤਸਵਫ ਦਾ ਕੋਈ ਲੈਣ ਦੇਣ ਹੈ ਕਿ ਨਹੀਂ ਚੱਕਰ ਹੀ ਕੋਈ ਨਹੀਂ میں تے مائک پٹیا سی حضرت علامہ اقبال شاعر مشرق رحمت اللہ علیہ نے ذیل دا جڑا نا مسئلہ حل کر دیتا ہے انہوں نے جدو فرمایا نا اے ہند تیرے سر سے اٹھا سایہ خدا تے ذیل تے بروز تے سمجھ آ گئی نا پھر اور اعلیٰ حضرت بریلوی صاحب دے بارے جدو کیا گیا کہ جناب مصطفیٰ ہے ذل حق نور خدا تو ہے ذل مصطفیٰ احمد رضا سارے مسئلے حل ہو جاندے سبحان اللہ سبحان اللہ۔ یہ جی جو کہتے ہیں کہ ذل اور بروز کہاں سے آئے، تو یہ کہاں سے آئے ہیں بھائی؟ ہاں جی وہ نکل گئے ہیں یار وہ جب حقیقت یہ ہے یا تو وہ باتوں کو دہراتا رہتا ہے اور بول ہی جاتا ہے، یہ ہر دفعہ جو بھی بے عزت بندہ ہوتا ہے وہ یہی کرتا ہے، اسے چپ نہیں ہوا جاتا یا پھر وہ چپکے سے نکل جاتا ہے۔ اسی لیے تو اپنا ڈریس نہیں دیتے ورنہ ہم بتا ہی دیں کہ یہ ذل کہاں سے آیا۔ حسینی صاحب السلام علیکم جی وعلیکم السلام جی۔ میں کہ اصل مسئلہ یہ ہے کہ وہ پاویں بریلوی صاحب کہن یا علامہ اقبال سایہ خدا کہن انہاں دی تحریر ایتھے کدی بھی نہیں لگنی، نہ ہی کوئی لاندا ہے، انہاں نوں تحریر لبدی صرف مرزا صاحب دی ہے، باقی پاویں وہ سایہ خدا انہوں ملکہ نوں کہن یا جو مرضی کہن او دی انہاں نے تحریر نہیں لانی۔ نہیں تو سن لاتی ہے ذکر کر دیتا ہے تو اچھا ہوتا، انکار تو نہیں ہو سکتا، ٹھیک ہے جی کیا انہوں نے انہوں من لینے ایسی کوئی ایسی گل نہیں ہوتا، انکار نہیں ہے۔ نہیں حسینی صاحب بتکا جو اعتراض ہے کہ حکومت کو شفقت رحمت دی امید رکھنا کہنا اسی تہاڈے ہی بچے ہیں تہاڈے ہی بالڑے ہیں، پبلک نو بھی دسو کہ وہ کی کہندے سن اور انگریزاں نو کی سمجھدے سن۔
ਔਰ ਇਹ ਜੋ ਆਪ ਕਰਦੇ ਸੀ ਉਹ ਪਾਕਿਸਤਾਨ ਦੀ ਪੇ ਨਹੀਂ ਬਣਨ ਦੇਣੀ, ਉਹ ਇਸੇ ਲਈ ਨਹੀਂ ਸੀ ਨਾ ਬਣਨ ਦੇਣੀ, ਕਿਉਂਕਿ ਉੱਥੇ ਬਹੁਤ ਵਜ਼ੀਫੇ ਲੱਗੇ ਸੀ, ਸ਼ਫਕਤਾਂ ਸੀ, ਅੰਗਰੇਜ਼ਾਂ ਕੋਲੋਂ ਵੀ ਮਾਲ ਲੱਭ ਰਿਹਾ ਸੀ, ਇਧਰ ਉਧਰ ਚੰਦੇ ਵੀ ਇਕੱਠੇ ਹੋ ਰਹੇ ਸੀ। ਇੱਥੇ ਹੁਣ ਦਿਨ ਰਾਤ ਜੁੱਤੀਆਂ ਪੈ ਰਹੀਆਂ ਨੇ। ਇਹਨਾਂ ਨੂੰ ਤਾਂ ਹਲੇ ਵੀ ਤਾਰੀਫ ਕਰਨੀ ਚਾਹੀਦੀ ਹੈ ਅੰਗਰੇਜ਼ ਹਕੂਮਤ ਦੀ। ਕੀ ਪਤਾ ਹੁਣ ਕਰਨ ਲੱਗ ਜਾਣ, ਨਹੀਂ ਸ਼ੁਰੂ ਹੋ ਜਾਣਗੇ, ਅੱਲਾ ਕਰੇ। ਹਾਂ, ਕਿਉਂਕਿ ਉਹਦੇ ਬਾਅਦ ਕਾਫੀ ਲੋਕਾਂ ਦੇ ਮਜ਼ਾਜ ਬਦਲੇ ਨੇ ਤੇ ਬੜਾ ਸਕੂਨ ਹਾਸਿਲ ਕਰ ਰਹੇ ਨੇ ਤੇ ਬੜੇ ਨਰਮ ਹੋਏ ਦੇ ਨੇ ਤੇ ਬੜੀ ਅੱਛੀਆਂ ਗੱਲਾਂ ਕਰ ਰਹੇ ਨੇ ਤੇ ਮਤਲਬ ਫਾਇਦਾ ਤੇ ਹੋ ਰਿਹਾ ਨਾ। जी गल असा अपनी कन्नी भी सुनी हुई है जेड़े उदों क्यामे पाकिस्तान दे विच जेड़े लोकी है जो हिजरत करके आए सन चंद साल बाद ही, उस बाद ही है 60s विच 70s विच ਉਹ ਕਈ ਕਹਿੰਦੇ ਸਨ ਯਾਰ ਇਹਨਾਂ ਨਾਲੋਂ ਤੇ ਜਿਹੜਾ ਜਦੋਂ ਵੀ ਉਹਨਾਂ ਦਾ ਅਦਾਲਤਾਂ 'ਚੋਂ ਕੋਈ ਫੈਸਲਾ ਹੁੰਦਾ ਸੀ ਨਾ ਇਨਸਾਫੀ ਦਾ ਜਾਂ ਕੁੱਟ ਛੁੱਟ ਪੈਂਦੀ ਸੀ, ਉਹ ਯਾਰ ਇਹਨਾਂ ਨਾਲੋਂ ਅੰਗਰੇਜ਼ ਚੰਗੇ ਸਨ, ਕੰਮ ਕਿ ਇਨਸਾਫ ਤੇ ਕਰਦੇ ਸਨ। ਇਹ ਤਾਂ ਬੜੀ ਬਿਲਕੁਲ ਹੈ, ਸਭ ਬਜ਼ੁਰਗਾਂ ਕੋਲ ਸੁਣੀਆਂ ਨੇ ਵੀ ਸਾਰੀ ਗੱਲਾਂ ਸਾਰੀਆਂ ਕਹਿੰਦੇ ਸਨ। ਜਿਹੜੀ ਹਕੂਮਤ ਹੈ ਨਾ, ਜਿਹੜੀ ਹਕੂਮਤ ਹੈ ਜਾਂ इस्लाम है, इन दोनों चीजों का अगर कोई खुलासा है ना तो वो इंसाफ है। ठीक है, ਤੇ ਇਸ ਵਕਤ ਜਿਹੜਾ ਵਾਹਿਦ ਦੁਨੀਆ ਤੇ ਮੁਲਕ ਇਸਲਾਮ ਦੇ ਨਾਂ ਤੇ ਹਾਸਲ ਹੋਇਆ, ਉੱਥੇ ਇਨਸਾਫ ਦੀ ਕੀ ਸੂਰਤ ਹਾਲ ਹੈ। ਅੱਲਾਹ ਪਨਾਹ ਹੈ ਕਿ ਈਸਾਈ ਤੇ ਦੂਰ ਕੋਈ ਬਿਲਕੁਲ ਲਾ ਮਜ਼ਹਬ ਮੁਲਕ ਜਿਹੜੇ ਨੇ ਉੱਥੇ ਵੀ ਇਨਸਾਫ ਦੀ ਬਿਹਤਰ ਸੂਰਤ ਹਾਲ ਹੈ ਇਸ ਇਸਲਾਮੀ ਜਮਹੂਰੀਆ ਮੁਲਕ ਤੋਂ। ਇਹ ਜਿਹੜਾ ਇਸਲਾਮ ਇਹ ਪ੍ਰੈਕਟਿਸ ਕਰ ਰਹੇ ਨੇ ਉਹ ਅੱਜ ਤੱਕ ਨਹੀਂ ਆਇਆ, ਉਹ ਪਤਾ ਨਹੀਂ ਇਹਨਾਂ ਨੇ ਕਿੱਥੋਂ ਲਿਆ, लेकिन ये प्रैक्टिस जी ये कर रहे ने वो ना इस्लाम है तो कुछ भी नहीं है इस वक्त। आपको मजेदार वाकया सुनाते हैं। अस्सलाम वालेकुम जी। वालेकुम सलाम जी। आपको एक बड़ा मजेदार वाकया सुनाते हैं। जी जी। आपकी ब्रॉड पे एक दफा ना बड़ी जबरदस्त ना मुजद्दिदीन पे बहस लगी हुई। जी जी। और जनाब खलीफतुल्लाह पे बड़ी जबरदस्त बहस हो रही, गर्मा गर्म चल रही, तो वहां पे मैं भी कूद गया बीच में बहस के। अब जनाब अली मामला यहाँ आके फंसा कि मैंने सवाल उठाया कि हजरत मसीह मौद से पहले जो खलीफतुल्लाह गुजरे हैं, जो मुजद्दद गुजरे हैं, उन्होंने इनके आने की कोई तस्दीक की, हिंट दी, कोई वक़्त बताया, कोई तायीद की, कोई हेल्प की? उन्होंने कहा जी कोई नहीं की थी। मैंने कहा यार फिर तो वो कोई 2 नंबर किस्म का मुझे मुजद्दद लगता है, कुछ सही मुजद्दद नहीं लगता। तो अगले गैर अहमदी हजरात कहते हैं कि नहीं यार वो मुजद्दद ठीक ही थी, उसकी तारीफ तो आपके मिर्जा साहब ने भी की हुई है। मैंने कहा यार ये नहीं हो सकता, जिस बंदे ने उनकी कोई तायीद नहीं की वो खामखा उसकी तारीफें करी जा रहे हैं। कहते नहीं यार ऐसे तरह हो गया। मैं कहा यार फिर ना दस दियो दा। ਉਹ ਕਹਿੰਦੇ ਨੇ ਯਾਰ ਉਹ ਹੀ ਹੈਗਾ ਜਿਹਦੇ ਖਿਲਾਫ ਤੂੰ ਸਾਰਾ ਦਿਨ ਬੋਲਦਾ ਰਹਿਣਾ। ਮੈਂ ਕਿਹਾ ਕੌਣ? ਕਹਿੰਦਾ सैयद अहमद बरेलवी। ਤੇ मिर्जा साहब ने किया जी कि वो उस सदी के मुजद्दद है। ਉਹ मैंने कहा यार ਇਹ ਮੁਜੱਦਦ ਬਰੇਲਵੀ ਵੀ ਮੁਜੱਦਦ ਹੋ ਸਕਦਾ। ਕਹਿੰਦਾ ਯਾਰ ਤੁਹਾਡੀ ਕਿਤਾਬਾਂ 'ਚ ਲਿਖਿਆ, ਅਸੀਂ ਕੋਈ ਆਪਣੇ ਵੱਲੋਂ ਥੋੜੀ बनाया। लो जी 4 दिन बरेलवी फिर मेरे ऊपर ही चढ़े रहे हैं और आपका भाई बस बर्दाश्त ही करता है। उसके बाद हमले। सैयद बरेलवी ने एक बार भी नहीं किया कि मैं मुजद्दद हाँ। अच्छा, तो मिर्जा साहब ने फिर क्यों लिख दिया? मिर्जा साहब ने हमें खाम जबरदस्ती उन्होंने मुजद्दद बनाता। उथों बरेली तो चाह के अपना पैरा फरनेलिया वो आ गए पेशावर, आके मुसलमानों ने लड़ते रहे, सिखा दे गवर्नर रहे मुसलमान। अच्छा, ते अंग्रेजां दे ओ हामी है जेडे सैयद अहमद साहब है, वो वायरस पैदा करने वास्ते उस वक्त तो तालिबान है शरारतां करदे। मैं इतनी गल ठीक है। तो बस वो आगे चल के उनके मानने वाले जो है उन्होंने पढ़े लिखे बंदे नहीं है, वो एवं गप गप लड़ाई करना, उन्होंने तलवारा बनाने का शौक है। यानी सानी साहब का मतलब ये कि हुण चंद साल बाद तालिबान का जिहड़ा है साहब वो भी मुजद्दद कहलाएगा। मर्जी जिन्होंने मर्जी मुजद्दद बना लो, मुजद्दद तो कोई आए ही नहीं कदे। वो अपने वक्त के तालिबान सन। मोहम्मद हुसैन को उठा लें सानी साहब। मोहम्मद हुसैन की आज बड़ी हुई है बरौटों पे, तो उसकी भी दिलजोई थोड़ी सी हो जाए। बड़ी इनके साथ कशमकश रही है लोगों की। उनके साथ कोई कन्फ्यूजन है
बिस्मिल्लाह। मेरे ख्याल में वाटर भाई को वो दूर होना जरूरी है। वाटर भाई, वाटर साहब, आप जो ये मिर्जा साहब ने किन को लिखा है मुजद्दद बताना। सैयद अहमद बरेलवी को। ये वो बरेलवी हैं जिनको आप सारा दिन कहते रहते हो अक्सर ही ना। यार बस कुछ कहते ही हैं। अब आप सुनिए, वो बरेली, वो सैयद अहमद बरेली और है और अहमद रजा बरेलवी और हैं। ये दो अलग शख्सियात हैं। ये सैयद अहमद बरेली हैं जिनको मुजद्दद लिखा है, उनको आप कभी कुछ नहीं कहते, आप उनको नहीं जानते हो, आपने कभी उनका जिक्र नहीं किया, आप अहमद रजा बरेलवी को कहते हो। मुझे पता है उनकी बालाकोट में कब्र है यार, हम उनके कब्र पे भी गए थे, मुझे पता है उनके बारे में, लेकिन मुझे इतना नहीं पता था कि हजरत मसीह मौद ने भी उनकी तारीफ की हुई है। ठीक है, मैं जो बरेलवी, मैं सिर्फ इतनी बात रखना चाहता हूँ कि जो अहमद रजा बरेलवी साहब हैं उनके बारे में बात, वो मसीह मौद के बाद के हैं और ये सईद अहमद बरेली ये पहले के थे। नहीं, जेडे अहमद रजा बरेलवी ने वो भी मिर्जा साहब दे अपने वक्त च मौजूद है। जी हाँ, लेकिन थोड़ा जिहा बाद चो फौज भी बाद चो ने, बाद च भी रहे ने थोड़े जे, थोड़े यंग सन उसने जब तुम एक दिन दस रहे हो कि मिर्जा साहब जिस टाइम दावा दुआ कर बैठे सन उस टाइम वो बहुत यंग सन। हाँ जी, दो याद मैं कहता इन्हां दा फर्क। हाँ जी, दसदा जाए कोई समाना उन्होंने पाया उन्हों दा, लेकिन मुखालफत भी की है और फतवे भी जारी किए ने, लेकिन सही मुलाकात मेरे कोई नहीं है इन्हां दी आपस से ना जी। नहीं, मुलाकात नहीं दा जिक्र नहीं मिलता। नहीं। ते एक होर जेड़े मौलाना कासिम ननौतवी रहमतुल्लाह अलैह ने, ये थोड़ा जा पहले ने, है ना। एक कोई 2 साल पहले फौत हो गए ने, बुराइन अहमदिया दे जमाने च फौत होए ने। अच्छा फैनी साहब, एक गल होर क्लियर करो, मिर्जा साहब नू पहला जेड़ा इल्हाम होया है वो किदों होया है? पता नहीं हुण ये कोई क्रोनोलॉजी कैलेंडर च उन्होंने कित्थे रखना है। दो गल्लां मैनू मिलियां ने, अगर तो उन्होंने खुद लिखिया कि मैनू इल्हाम फलां जमाने च होया तो हाँ जी लिखिया उन्होंने। हाँ जी लिखिया उन्होंने। देखो मैं जेड़ा असीं बचपन तो याद कीता है ना, असीं याद कीता 1865। अच्छा, पहला इल्हाम मतलब कि 35 साल चो लेट्स से के 1835 चो पैदा होए ने। इन्नी उम्र तो अना अव्वलुल मुस्लिमून। नहीं ये भी नहीं। अच्छा वो 1865 से याद कीता है, उधर दस रहा मैं केड़ा। अच्छा मैं दसन लगा ना यार, पहली सफे ते मसीह मौद पहले 6वें 7वां सवाल हुंदा सी हज़रत मिर्जा गुलाम अहमद कादियानी को पहला इल्हाम कब हुआ? जवाब 1865। पहला इल्हाम कौन सा था? वो पहला इल्हाम है वो समानीन वाला के वाला की उम्र होगी। सब की इल्हाम है पढ़े हो? समानीना हॉलन। हाँ ए वाला, ठीक है। ये ਅਸੀਂ बचपन तो याद करते आए हैं कि ये पहला इल्हाम है सी। अच्छा कि तेरी उम्र 80 साल होएगी, 1865 च हो गया सी। अच्छा लेकिन अरबईन दे विच मैं कल या परसों मैं वो देख रहा सा, उत्थे लिखिया कि मैनूं पहला इल्हाम उदों होया जदों मेरे वालिद साहब फौत होए, जिद्दन होया अलैहिस्सलाम बिकाफना ना, उस पहिला एक होया। हाँ जी, अलैहिस्सलाम वाला नंबर 2 ते सी, वो 1875 बनदा है, वो 75 बनदा है। 75 बनदा। हाँ जी, हाँ 75 या 76 उत्थे जो लफ्ज ने ये पहला इल्हाम मैनूं होया है। हाँ जी बिल्कुल। फिर एक होर जगह तो मैनूं वाला मिलदा है, वो तो याद है जदों कड्डिया तारीख बदश कड्डी है तो उत्थे जेहड़े 40 साल निकलदे पे ने कि जदों मैनूं मुकालमा मुखातमा पाया उस टाइम मेरी उम्र 40 साल सी, वो भी 75 निकलदी है डेट। हाँ तो फिर 1865 वाली लिखी है दीनी मालूमात च अज भी मौजूद है। ये सिद्धू साहब क्यों है, ये की मामला है और किथों वाला मिले ਇਹਦਾ कि 1865 ਦਾ है? उधर गए ने कोई अहमदी दोस्त साडे जज्जा साहब हो ना, वो जवाब सही देंगे। वाटर भाई तुसी भी दस दियो, ये ट्रूथ सीकर आप मैं जरा नान टिक्की खा ला तो ये और नहीं पूछना। ट्रूथ सीकर को पता होगा, ट्रूथ सीकर बताओ यार, आपने क्या याद किया होगा बचपन से? पहला इल्हाम का भी याद हुआ था ट्रूथ सीकर? आप बता दें सारी बात।
आप मैंने तो बताया, हमने तो बचपन से याद किया 1865 दीनी मालूमात। आपने कौन सी वाली दीनी मालूमात पढ़ी थी ट्रुथ सीकर? वो नीले रंग वाली या हरे रंग वाली? तज़किरा है ਉਹਦੇ ਵਿੱਚ ਲਿਖਿਆ ਹੋਣਾ ਪਹਿਲਾ ਇਲਾਮ ਵੇਖੋ ਕਿਹੜੇ ਸੰਨ ਦਾ ਲਿਖਿਆ ਹੋਇਆ। हेलो, इस वक्त मैं नहीं आकार मेरे ख्याल ਮੈਨੂੰ ਯਾਦ ਪੈਂਦਾ ਕਿ 1862 ਦਾ ਲਿਖਿਆ ਹੋਇਆ ਜਾਂ 1861 ਦਾ ਪਹਿਲਾ ਇਲਾਮ ਜਿਹੜਾ ਹੈ, ਲੇਕਿਨ ਉਹ ਮੇਰੇ ਕੋਲ ਹੁਣ ਤੱਕ ਮੈਂ ਵੀ ਘਰੋਂ ਬਾਹਰ ਹਾਂ ਇਸ ਵਾਸਤੇ ਮੈਂ ਉਹ ਕਨਫਰਮ ਨਹੀਂ ਕਰ ਸਕਦਾ। ਇਹ ਕਦੀ ਨਹੀਂ ਹੋ ਸਕਦਾ, 62 ਕਦੀ ਵੀ ਨਹੀਂ ਹੋ ਸਕਦਾ। ਅੱਛਾ, ਉਹ ਬਾਹਰ ਤਜ਼ਕਰਾ ਜਿਹੜਾ ਨਾ ਉਹ ਮੁਸਤਨਦ ਚੀਜ਼ ਤੇ ਉਹ ਹੈ ਨਾ ਜਿਹੜੀ ਇਲਹਾਮਾਤ ਦਾ ਮਜਮੂਆ ਹੈ, ਉਹਦੇ ਵਿੱਚ ਡੇਟ ਵਾਈਜ਼ ਸਾਰੀਆਂ ਚੀਜ਼ਾਂ ਤਕਰੀਬਨ ਦਿੱਤੀਆਂ ਹੋਈਆਂ, ਇਸ ਵੇਖ ਲਓ ਉੱਥੋਂ ਜੋ ਵੀ ਹੈ। ਨਹੀਂ, ਇਹ ਕਦੀ ਨਹੀਂ ਹੋ ਸਕਦਾ 62 ਨਾ, और तज़किरा मुस्तनद नहीं हो सकता, मुस्तनद 40 है। चलो मैं कहना हो सकता थोड़ी जी गलती लगी, लेकिन ਉਹਦੇ ਚ ਲਿਖਿਆ ਨਾ ਜਾਂ ਤੇ ਹੁਣ ਜਦੋਂ ਅਸੀਂ ਹੁਣ ਵਾਪਸ ਮੈਂ ਤੇ ਆਇਆ ਹਾਂ ਆਊਟ ਸਿਟੀ, ਹੁਣ ਮੈਂ 2-3 ਦਿਨ ਬਾਅਦ ਵਾਪਸ ਜਾਣਾ, ਉੱਥੇ ਕਨਫਰਮ ਹੋ ਸਕਦਾ ਹੈ। ਕਰਵਾ ਲੈਣੇ ਕਿਸੇ ਕੋਲੋਂ ਐਡਰੈਸ ਟਰੂਥ ਸੀਕਰ ਖੋਲ ਸਕਦਾ। ਆਈਡੀਆ ਤਾਂ ਠੀਕ ਹੈ ਕਿ ਉੱਥੋਂ ਅਸੀਂ ਗੱਲ ਤਾਂ ਠੀਕ। ਜਿੱਥੋਂ ਤੱਕ दीनी मालूमात ਦਾ ਤਲਕ ਹੈ, ਉਹ ਤੇ ਬਹਰਾਲ ਇੱਕ ਕਿਸੇ ਦੀ ਕਾਤਬ ਦੀ ਲਿਖੀ ਕਿਤਾਬ ਹੋ ਸਕਦਾ, ਉਹ ਵਿੱਚ ਕੋਈ ਗਲਤੀ ਕਾਤਬ ਦੀ ਹੋ ਗਈ ਹੋਵੇ ਜਾਂ ਕਿਸੇ ਨੇ ਫਿਰ ਧਿਆਨ ਨਹੀਂ ਕੀਤਾ ਤੇ ਉਹਨੂੰ ਨਹੀਂ ਠੀਕ ਕੀਤਾ ਹੋਣਾ। ਨਹੀਂ, ਉਹ दीनी मालूमात ਵਾਲੇ ਪਹਿਲਾ ਇਲਹਾਮ ਬਦਲ ਸਕਦੇ ਨੇ, ਗੱਲ ਤੁਹਾਡੀ ਠੀਕ ਹੈ। दीनी मालूमात ਇੱਕ ਨਹੀਂ। ਅੱਛਾ, ਫਿਰ ਮੈਂ ਨਾ दीनी मालूमात ਚੈੱਕ ਕੀਤੀ ਹੈ ਕੱਲ, ਉਹ ਜਿਹੜੀ ਸਾਡੀ ਸੀ ਨਾ ਫਾਲੂਲੈਮ ਦੀ ਵਾਲੀ, ਉਹ ਨੀਲੇ ਰੰਗ ਦੀ ਸੀ, ਤੂੰ ਯਾਦ ਹੈ ਤੈਨੂੰ? ਉਹ ਛੋਟੀ ਜਿਹੀ दीनी मालूमात ਹੁੰਦੀ ਸੀ। ਯਾਦ ਉਸ ਤੋਂ ਬਾਅਦ ਜਿਹੜੀ ਉਹ ਖੁਦਾ ਮਲੈਮ ਦੀ ਇਹਦੀ ਫਿਰ ਛੋਟੀ ਜਿਹੀ ਸੀ, ਉਹ ਇੱਕ ਤਾਂ ਛੋਟੀ ਹੁੰਦੀ ਸੀ, ਉਹ ਸੀ। ਮੈਂ ਦੱਸ ਰਿਹਾ ਤੈਨੂੰ, 2 दीनी मालूमात ਹੁੰਦੀ ਸੀ ਫਾਲੂਲੈਮ ਦੀਆਂ ਜਿਹੜੀਆਂ ਪੜ੍ਹਾਈਆਂ ਜਾਂਦੀਆਂ ਸਨ। ਇੱਕ ਬਹੁਤ ਛੋਟੀ ਸੀ, ਉਹ ਛੋਟੀ, ਇੱਕ ਫਿਰ ਥੋੜੀ ਜਿਹੀ ਵੱਡੀ ਸੀ ਜਿਹਦੇ ਵਿੱਚ ਮਵਾਦ ਜ਼ਿਆਦਾ ਸੀ। ਫਿਰ ਖੁਦਾ ਮਲੈਮ ਦੀ दीनी मालूमात ਉਹਦੇ ਨਾਲੋਂ ਵੱਡੀ ਸੀ। ਤਿੰਨਾਂ ਦੇ ਵਿੱਚ 1865 ਲੱਭਦਾ, ਇਹ ਮੈਂ ਚੈੱਕ ਕੀਤਾ। ਤੇ ਸਾਰੇ ਆਨਲਾਈਨ ਬਾਦਸ਼ਾਹ ਬੈਠੇ, ਤਜ਼ਕਰਾ ਖੋਲ ਕੇ ਵੇਖ ਲਓ ਉਹਨਾਂ ਦੀ ਗੱਲ ਠੀਕ। ਇਹ ਮਸਲਾ ਟਰੂਥ ਸੀਕਰ ਹੱਲ ਕਰੇ ਨਾ ਕਦੀ ਤੇ ਫਿਰ ਗੱਲ ਬਣਦੀ ਹੈ। ਹੁਣ ਇਹ ਕਿੰਨੀ ਬੁਨਿਆਦੀ ਗੱਲ ਹੈ। ਮਸਲਾ ਕੀ ਹੈ ਕਿ ਪਹਿਲੇ ਇਲਹਾਮ ਮਸਲਾ ਇਹ ਕਿੰਨਾ ਬੁਨਿਆਦੀ ਸਵਾਲ ਹੈ ਕਿ ਬੰਦਾ ਇਹ ਪੁੱਛੇ ਕਿਸੇ ਕੋਲੋਂ ਇਜ਼ਦਿਆਦੇ ਇਲਮ ਵਾਸਤੇ ਕਿ हजरत मिर्जा साहब ਨੂੰ ਪਹਿਲਾ ਇਲਹਾਮ ਕਿਦੋਂ ਹੋਇਆ। ਇਸ ਤੋਂ ਬੁਨਿਆਦੀ ਸਵਾਲ ਕੋਈ ਹੋਰ ਹੋ ਸਕਦਾ ਹੈ? रसूल पाक सल्लल्लाहु अलैहि वसल्लम ने पहला इल्हाम कदों है? मैं बहुत अच्छा गल है, ये मेनू नहीं पता है, लेकिन मिर्जा साहब ये पता है ये नहीं, देख ले ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ, लेकिन मिर्जा साहब ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ ना। यार आज मैं ना आपको अगर 2 मिनट देना तो एक लड़की की कहानी सुनाता हूँ जो गैर FDS का बदतरीन दुश्मन बन गया। अच्छा।